ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਦਾ ਪਰਵਾਰ ਟੁਰ ਰਿਹਾ ਹੈ, ਆਸਾਂ ਦੀ ਵਾਰ ਲੱਗਦੀ ਹੈ, ਕੀਰਤਨ ਦਾ ਆਨੰਦ ਵੱਜਦਾ ਹੈ, ਸੰਗਤ ਜੁੜਦੀ ਹੈ, ਲੰਗਰ ਚੱਲਦਾ ਹੈ। ਕੋਈ ਲਿਆਉਂਦੇ ਹਨ, ਕੋਈ ਪਕਾਉਂਦੇ ਹਨ, ਕੋਈ ਵਰਤਾਉਂਦੇ ਹਨ ਤੇ ਸਾਰੇ ਛਕਦੇ ਹਨ। ਉਪਦੇਸ਼ ਦਾ ਲੰਗਰ ਸ੍ਰੀ ਗੁਰੂ ਜੀ ਆਪ ਟੋਰਦੇ ਹਨ। ਇੱਕ ਦਿਨ ਦੀ ਗੱਲ ਹੈ ਕਿ ਸ੍ਰੀ ਗੁਰੂ ਜੀ ਦੇ ਸੱਸ ਸਹੁਰਾ ਦੋਵੇਂ ਕ੍ਰੋਧ ਵਿੱਚ ਭਰੇ ਹੋਏ ਫੇਰ ਆਏ ਤੇ ਲੱਗੇ ਵੱਧ ਘੱਟ ਗੱਲਾਂ ਕਰਨ। ਨਾਲ ਸ੍ਰੀ ਬੇਬੇ ਸੁਲੱਖਣੀ ਜੀ ਵੀ ਆਏ। ਅਜੀਤਾ ਉਸ ਵੇਲੇ ਘਰ ਸੀ। ਕਿਸੇ ਪ੍ਰੇਮੀ ਨੇ ਜਾ ਖਬਰ ਦਿੱਤੀ ਕਿ ਮੁੱਲਾ ਸਤਿਗੁਰੂ ਜੀ ਪਾਸ ਆਇਆ ਹੈ ਤੇ ਉਸ ਦੇ ਤੌਰ ਬੇਦਬੀ ਤੇ ਦਿਸਦੇ ਹਨ। ਤਾਂ ਅਜੀਤਾ ਭੱਜਾ ਆਇਆ, ਮੁੱਲੇ ਨੂੰ ਸਮਝਾਉਣ ਲੱਗਾ ਕਿ ਕਿਉਂ ਸਿਰ ਖਪਾਉਂਦਾ ਹੈ, ਤੂੰ ਅਭਾਗ ਹੈ ਜਿਸ ਨੂੰ ਭੇਤ ਸਮਝ ਨਹੀਂ ਪਿਆ। ਮੁੱਲਾ ਸ਼ਾਹ ਜੀ, ਇੱਥੇ ਤਾਂ ਆਪ ਕਲਾ ਧਾਰ ਕੇ ਪਰਮੇਸ਼ਰ ਦੀ ਨਿਜ ਜੋਤ ਵਰਤ ਰਹੀ ਹੈ। ਇਹਨਾਂ ਦੇ ਸਾਰੇ ਕਰਤੱਵ ਕਰਤਾਰ ਦੇ ਹੁਕਮ ਵਿੱਚ ਹਨ। ਜੇ ਤੂੰ ਇਹਨਾਂ ਦੀ ਰਜ਼ਾ ਮੰਨਦੋ ਤਾਂ ਸੁਖੀ ਹੋ ਜਾਂਦੋ। ਪਰ ਭਾਗ ਧੂਰੋਂ ਹੀ ਐਸੇ ਹਨ ਕਿ ਮੋਹ ਮਾਇਆ ਨਾਲ ਮਿਲੇ ਸੰਬੰਧੀਆਂ ਦੇ ਨੈਣ ਬੰਦ ਰਹਿੰਦੇ ਹਨ। ਜਗਤ ਨਿਸਤਾਰਾ ਪਾ ਰਿਹਾ ਹੈ ਤੇ ਤੂੰ ਕਲਪ ਰਿਹਾ ਹੈ। ਇਹ ਪਰਮੇਸ਼ਰ ਦੀ ਜੋਤ ਹਨ। ਇਹ ਤਾਂ ਸੁਤੰਤਰ ਨਿਰਛੰਦ ਮਹਾ ਜੋਤੀ ਹਨ। ਕਿਸੇ ਭੇਖ ਦੀ ਕੈਦ ਵਿੱਚ ਨਹੀਂ ਹਨ, ਕਿਸੇ ਬੰਦ ਵਿੱਚ ਨਹੀਂ ਹਨ। ਨਾਹਕ ਆਪਣਾ ਆਪ ਨਾ ਗਵਾਓ। ਖਬਰੇ ਕੱਲ ਕੀ ਹੈ ਤੇ ਪਰਸੋਂ ਕੀ ਹੈ। ਸਮਝੋ, ਚਰਨੀ ਪਵੋ, ਜਨਮ ਜਿੱਤੋ, ਨਹੀਂ ਤਾਂ ਆਰਾਮ ਨਾਲ ਘਰ ਬੈਠੋ। ਤੁਹਾਡੇ ਖਪਣ ਦਾ ਨਾ ਇਹਨਾਂ ਪਰ ਅਸਰ ਹੈ, ਨਾ ਸਾਡੇ ਕਿਸੇ ਪਰ। ਅਸਾਂ ਇਹਨਾਂ ਨੂੰ ਸਿਆਣ ਦਿੱਤਾ ਹੈ। ਇਸ ਸਮਝੌਤੀ ਪਰ ਮੁੱਲੇ ਨੇ ਆਪਣਾ ਦੁੱਖ ਕਹਿ ਸੁਣਾਇਆ ਕਿ ਮੇਰੇ ਕਬੀਲੇ ਵਿੱਚ ਬਦਨਾਮੀ ਹੈ, ਮੇਰੇ ਸਿਰ ਤੇ ਧੀ ਦੋਤਿਆਂ ਦੇ ਖਰਚ ਦਾ ਬੋਝ ਹੈ। ਇਸ ਪਰ ਅਜੀਤੇ ਨੇ ਆਖਿਆ, ਭਲਾ ਜੀਓ ਜੀ, ਤੁਸੀਂ ਬੀਬੀ ਨੂੰ ਸਹੁਰੇ ਨਹੀਂ ਘੱਲਿਆ ਤਾਂ ਮੈਂ ਸਤਿਗੁਰੂ ਦਾ ਸਿੱਖ ਹਾਂ ਤੇ ਤੇਰੇ ਪਿੰਡ ਦਾ ਚੌਧਰੀ ਹਾਂ। ਤੇਰੇ ਨਾਲ ਵੀ ਸਾਂਝ ਹੈ। ਮੈਂ ਬੀਬੀ ਨੂੰ ਆਪਣੀ ਭੈਣ ਸਮਝਦਾ ਹਾਂ, ਸੋ ਤੂੰ ਖਰਚੋਂ ਨਾ ਡਰ। ਮੈਂ ਉਹਨਾਂ ਦੀ ਸੇਵਾ ਤੇਰੇ ਵੱਲੋਂ ਭੈਣ ਜਾਣ ਕੇ ਤੇ ਸਤਸੰਗ ਵੱਲੋਂ ਮਾਤਾ ਜਾਣ ਕੇ ਕਰਾਂਗਾ। ਮੁੱਲੇ ਨੇ ਆਖਿਆ, ਚੌਧਰੀ, ਇਉਂ ਦੀ ਗੱਲ ਨਹੀਂ ਬਣਦੀ। ਜਗਤ ਚੌਧਰੀ ਜੀ ਕਿਸੇ ਛਾਬੇ ਨਹੀਂ ਟਿਕਣ ਦਿੰਦਾ। ਇਹਨਾਂ ਗੱਲਾਂ ਵਿੱਚ ਫਿਰ ਚੰਦੋ ਰਾਣੀ ਕੜਕ ਕੇ ਬੋਲੀ ਤੇ ਕੁਝ ਢੀਠਤਾ ਦੇ ਵਾਕ ਕਹੇ। ਇਸ ਨੂੰ ਵੀ ਚੌਧਰੀ ਸਮਝਾਉਣ ਲੱਗਾ, ਪਰ ਉਸਨੇ ਆਪਣਾ ਗੁੱਸਾ ਫਿੱਕੇ ਵਾਕਾਂ ਵਿੱਚ ਹੀ ਕੱਢਿਆ। ਇਸ ਨੇ ਕੁਝ ਥੱਕ ਕੇ ਚੁੱਪ ਕੀਤੀ ਤਾਂ ਮਾਤਾ ਸੁਲੱਖਣੀ ਜੀ ਬੋਲੇ। ਇਹਨਾਂ ਪ੍ਰਤੀ ਅਜੀਤੇ ਨੇ ਆਖਿਆ ਕਿ ਤੁਹਾਡਾ ਬੋਲਣਾ ਨਹੀਂ ਬਣਦਾ। ਮਾਤਾ ਪਿਤਾ ਜੋ ਬੋਲ ਰਹੇ ਹਨ। ਤਦ ਮਾਤਾ ਸੁਲੱਖਣੀ ਜੀ ਬੋਲੇ, ਵੀਰ ਜੀਓ, ਤੁਸੀਂ ਮੇਰੇ ਦੁੱਖ ਦੀ ਸੋਚ ਕਰੋ। ਮੈਂ ਕਿਵੇਂ ਕਰਾਂ? ਪੇਕੇ ਹੀ ਘਰ ਦਾ ਆਸਰਾ ਹੈ। ਉਹਨਾਂ ਉੱਤੇ ਮੇਰਾ ਤੇ 2 ਪੁੱਤਾਂ ਦਾ ਬੋਝ ਹੈ। ਉਹ ਆਦਰ ਨਾਲ ਝੱਲ ਲੈਣ ਤਾਂ ਦਿਨ ਕੱਟੀ ਹੁੰਦੀ ਜਾਏ। ਇਹ ਮੇਰੇ ਸਿਰ ਉਪਕਾਰ ਹੈ। ਪਰ ਹੁਣ ਉਹ ਅੱਕ ਗਏ ਹਨ। ਹਰ ਵੇਲੇ ਤਾਣੇ ਦਿੰਦੇ ਤੇ ਮਿਹਣੇ ਮਾਰਦੇ ਹਨ ਤੇ ਸਾਫ਼ ਆਖਦੇ ਹਨ ਕਿ ਸਾਡੇ ਗਲ ਧੀ ਦਾ ਪਿੱਟਣਾ ਪੈ ਗਿਆ ਹੈ। ਧੀ ਦਾ ਵਾਸ ਤੇ ਕੁਲ ਦਾ ਨਾਸ, ਜਾ ਤੂੰ ਵੀ ਸਾਧਨੀ ਹੋ ਜਾ। ਪੁੱਤਾਂ ਨੂੰ ਲੈ ਕੇ ਪਿੰਡੀ ਫੇਰ, ਸਾਥੋਂ ਨਹੀਂ ਹੁਣ ਖਰਚੇ ਨਿਭਦੇ। ਹੁਣ ਵੀਰਾ ਤੂੰ ਹੋ ਸੋਚ, ਮੈਂ ਕਿੱਧਰ ਜਾਵਾਂ ਤੇ ਕੀ ਕਰਾਂ। ਉਹ ਨਨਾਣ ਬੈਕੁੰਠ ਵਿੱਚ ਵਾਸ ਹੋਵੇ ਸੂ, ਜਦ ਤੱਕ ਜੀਵੀ ਮੈਂ ਇਹਨਾਂ ਦਾ ਪਰਦੇਸ ਜਾਣਾ ਨਾ ਬੁੱਝਿਆ। ਜਦ ਉਹ ਗੁਜ਼ਰੇ ਮੈਂ ਪੇਕੇ ਆ ਗਈ। ਇਹ ਪੇਕੇ ਮੈਨੂੰ ਹੁਣ ਭਾਰੂ ਸਮਝਦੇ ਹਨ। ਤਦੋਂ ਸਹੁਰੇ ਚਲੀ ਜਾਂਦੀ ਤਾਂ ਸੁਖੀ ਰਹਿੰਦੀ। ਉੱਥੇ ਪਰਮੇਸ਼ਰ ਦਾ ਦਿੱਤਾ ਸਭ ਕੁਝ ਹੈ ਸੀ। ਹੁਣ ਉਹ ਵੇਲਾ ਵੀ ਹੱਥ ਨਹੀਂ ਆਉਂਦਾ। ਪੁੱਤਰ ਸਿਆਣੇ ਹਨ, ਉਹ ਵੀ ਨਾਨਕਿਆਂ ਦੇ ਮਿਹਣਿਆਂ ਦਾ ਦੁੱਖ ਮੰਨਦੇ ਹਨ। ਮੈਂ ਟੱਬਰ ਜੋਗਾ ਕਿੱਥੋਂ ਲਿਆਵਾਂ ਜੋ ਮਾਪਿਆਂ ਦੇ ਗਲੋਂ ਲਵਾਂ। ਇਸ ਤਾਰਾਂ ਦੇ ਦਿਲ ਪੰਗਾਰਨ ਵਾਲੇ ਵਾਕ ਜਦ ਸ੍ਰੀ ਸੁਲੱਖਣੀ ਜੀ ਨੇ ਆਖੇ ਤੇ ਨਾਲੇ ਰੋਏ ਤਾਂ ਸ੍ਰੀ ਗੁਰੂ ਜੀ ਬੋਲੇ, ਗ੍ਰਸਤ ਵਿੱਚ ਸੁੱਖ ਤੇ ਆਰਾਮ ਦੀ ਚਾਹਨਾ ਜੇ ਦੂਰ ਹੋ ਸਕੇ, ਸਾਧ ਸੰਗਤ ਦੀ ਸੇਵਾ ਵਿੱਚ ਜੇ ਮਨ ਪਚ ਸਕੇ, ਦੁੱਖ ਸੁੱਖ ਜੇ ਸਹੀ ਨਾ ਝਕੇ, ਸਾਕਾਦਾਰੀ ਦੇ ਮੋਹ ਫੁਹਾਬੇ ਵਾਲੇ ਦਾਵੇ ਜੇ ਮਿਟ ਸਕਣ ਤਾਂ ਕਲਿਆਣ ਹੈ। ਮੈਣਿਆਂ ਤੇ ਦੁੱਖਾਂ ਨਾਲ ਵੇੜਿਆ ਘਰ ਜੇ ਉਪਰਾਮਤਾ ਤੇ ਉਦਾਸੀਨਤਾ ਦੇ ਸਕਦਾ ਹੈ ਤਾਂ ਉਸ ਘਰ ਨੂੰ ਛੱਡ ਦਿਓ। ਕਰਤਾਰ ਦੀ ਸ਼ਰਨ ਲੈ ਲਓ। ਇਹ ਲੰਗਰ ਕਰਤਾਰ ਦਾ ਟੁਰ ਰਿਹਾ ਹੈ। ਸਾਧ ਸੰਗਤ ਛਕ ਰਹੀ ਹੈ। ਤੂੰ ਵੀ ਪੁੱਤਾਂ ਸਣੇ ਆ ਜਾ, ਸੇਵਾ ਕਰ ਤੇ ਪ੍ਰਸ਼ਾਦੇ ਛਕ, ਕਰਤਾਰ ਭਲੀ ਕਰੇਗਾ। ਮੋਹ ਮਾਇਆ ਵਿੱਚ ਹੁਣ ਤੱਕ ਟੁਰ ਰਹੇ ਮਾਤਾ ਜੀਓ, ਪਰ ਇਹ ਵਾਕ ਮਾਇਆ ਮੋਹ ਨੂੰ ਢਿੱਲਿਆ ਕਰ ਜਾਣ ਵਾਲਾ ਅਸਰ ਪਾ ਗਏ। ਪ੍ਰਸੰਨ ਹੋ ਕੇ ਬੋਲੇ, ਆਪਣੇ ਕਿਤੇ ਨੇੜੇ ਵਸਾ ਦਿਓ, ਦੁੱਖ ਭੁੱਖ ਸਹਿ ਕੇ ਸੁਖੀ ਰਹਾਂਗੀ। ਸਾਰੇ ਸਾਕਾਦਾਰੀ ਦੇ ਦਾਅਵੇ ਤੋੜ ਕੇ ਨਿਰੀ ਸੇਵਾ ਸਿਰ ਚਾ ਕੇ ਟਹਿਲ ਕਮਾਵਾਂਗੀ, ਪਰ ਕਿਤੇ ਨੇੜੇ ਵਾਸਾ ਦੇ ਦਿਓ। ਤਦ ਕਿਸੇ ਬੰਦ ਵਿੱਚ ਬੰਦ ਨਾ ਹੋਣ ਵਾਲੇ, ਸਦਾ ਖੁੱਲੇ ਤੇ ਸੁਤੰਤਰ ਦਾਤੇ ਪਰ ਪੀੜਾ ਤੇ ਪਸੀਜਣ ਵਾਲੇ ਸਤਿਗੁਰੂ ਜੀ ਬੋਲੇ, ਚੰਗਾ ਫਿਰ ਕਰਤਾਰ ਭਲੀ ਕਰੇ। ਗਰੀਬੀ ਦਾ, ਦੁੱਖ ਭੁੱਖ ਦਾ, ਤਿਆਗ ਦਾ, ਸੇਵਾ ਦਾ ਭਾਵ ਲੈ ਕੇ ਵਾਹਿਗੁਰੂ ਦੇ ਲੰਗਰ ਦੀ ਸੇਵਾ ਦਾ ਭਾਰ ਚਾ ਲਓ।
ਸੇਵਾ ਸਾਰੇ ਸੁੱਖਾਂ ਦਾ ਮੂਲ ਹੈ। ਇਹ ਵਾਕ ਸੁਣ ਕੇ ਮਾਤਾ ਸੁਲੱਖਣੀ ਤਤਛਿਣ ਗਈ। ਬਰਖੁਰਦਾਰਾਂ ਨੂੰ ਨਾਲ ਲੈ ਕੇ ਸਾਧ ਸੰਗਤ ਵਿੱਚ ਲੰਗਰ ਦੀ ਸੇਵਾ ਦਾ ਚਾਅ ਲੈ ਕੇ ਆ ਗਈ। ਜਦੋਂ ਹੀ ਕਿ ਉਹਨਾਂ ਨੇ ਪਕੜ ਦਾ ਮਾਰਗ ਤਿਆਗਿਆ, ਦੁੱਖ ਭੁੱਖ ਤੇ ਸੇਵਾ ਦਾ ਭਾਵ ਲੈ ਕੇ ਸਿਰ ਤੇ ਜਗਤ ਸੇਵਾ ਚਾਹ ਲਈ, ਸੰਗਤਾਂ ਵਿੱਚ ਪੂਜ ਮਾਤਾ ਜੀ ਹੋ ਗਈ। ਹਰ ਸਿੱਖ ਨੇ ਆਪ ਦਾ ਸਨਮਾਨ ਕੀਤਾ। ਮੂਲ ਚੰਦ, ਚੰਦੋ ਰਾਣੀ, ਸੱਸ ਸਹੁਰਾ ਦੋਵੇਂ ਇਹ ਦੇਖ ਕੇ ਹੋਰ ਦੁਖੀ ਹੋਏ। ਉਹ ਚਾਹੁੰਦੇ ਸਨ ਕਿ ਗੁਰੂ ਜੀ ਮੁੜ ਗ੍ਰਹਸਤੀ ਹੋ ਕੇ ਸਾਡੇ ਵਰਗੇ ਹੋ ਜਾਣ। ਭਾਣਾ ਇਹ ਵਰਤਿਆ ਕਿ ਆਪਣੀ ਧੀ ਤੇ ਦੋਤੇ ਘਰ ਤਿਆਗ ਕੇ ਤਿਆਗੀ ਹੋ ਸੇਵਾ ਵਿੱਚ ਜਾ ਜੁਟੇ। ਉਹਨਾਂ ਦੇ ਭਾਣੇ ਜਵਾਈ ਗ੍ਰਹਸਤੀ ਨਾ ਬਣਿਆ, ਸਗੋਂ ਧੀ ਫਕੀਰ ਹੋ ਗਈ। ਇਉਂ ਨਿਮੋਹ ਚੂਣ ਹੋ ਗਏ। ਦੋਵੇਂ ਪਛਤਾਉਣ ਲੱਗੇ। ਇੱਧਰ ਸਤਸੰਗ ਲੱਗਦਾ ਹੈ, ਜਗਤ ਦਾ ਉਧਾਰ ਹੋ ਰਿਹਾ ਹੈ। ਮਾਤਾ ਜੀ ਹੁਣ ਉਸੇ ਕਾਰੇ ਲੱਗ ਪਏ ਹਨ ਜਿਸ ਵਿੱਚ ਗੁਰੂ ਜੀ ਦੀ ਖੁਸ਼ੀ ਹੈ। ਅਜੀਤਾ ਭਾਉ ਧਰ ਕੇ ਸੇਵਾ ਕਰ ਰਿਹਾ ਹੈ। ਕੌਤਕ ਹਾਰ ਸਤਿਗੁਰੂ ਨੇ ਅਜੇ ਇੱਥੇ ਹੋਰ ਕਾਰਜ ਸਾਰਨਾ ਹੈ, ਜੋ ਸਹੁਰੇ ਨਗਰ ਹੀ ਅਜੀਤੇ ਦੇ ਖੂਹ ਤੇ ਰੰਗ ਲਾਈ ਬੈਠੇ ਹਨ। ਘਰ ਜਾ ਕੇ ਹੁਣ ਮੁੱਲੇ ਨੂੰ ਦਿਨ ਰਾਤ ਬਰਾਦਰੀ ਦਾ ਸਹਿਮ ਖਾਵੇ ਕਿ ਲੋਕੀ ਕਹਿਣਗੇ, ਲਓ ਬਈ ਮੁੱਲੇ ਨੇ ਰੋਟੀ ਪਿੱਛੇ ਧੀ ਨੂੰ ਘਰੋਂ ਕੱਢ ਦਿੱਤਾ ਹੈ। ਨਾਲ ਹੀ ਇੱਕ ਸੋਚ ਪਵੇ ਕਿ ਮੈਂ ਹੀ ਪਾਗਲ ਹਾਂ ਕਿ ਸਾਰਾ ਜਗਤ ਪਾਗਲ ਹੈ। ਹਰ ਕੋਈ ਕਹਿੰਦਾ ਹੈ ਨਾਨਕ ਰੱਬ ਦਾ ਰੂਪ ਹੈ, ਮੈਂ ਕਹਿੰਦਾ ਹਾਂ ਨਹੀਂ, ਘਰੋਂ ਨਸਿਆ ਫਕੀਰ ਹੈ। ਫਿਰ ਹਰ ਕੋਈ, ਆਮ ਲੋਕੀ ਹੀ ਨਹੀਂ, ਚੰਗੇ ਚੰਗੇ ਵਿਦਵਾਨ ਇਸ ਨੂੰ ਅਵਤਾਰ ਕਹਿੰਦੇ ਹਨ। ਜੋਗੀ ਨਿਉਂਦੇ ਹਨ ਤੇ ਸ਼ਿਵਨਾਥ ਵਰਗੇ ਧੂਣੀਆਂ ਛੋੜ ਕੇ ਸੈਂਕੜੇ ਚੇਲੇ ਆਪਣੇ ਮਗਰੋਂ ਲਾ ਕੇ ਇਸ ਦੇ ਚੇਲੇ ਆ ਬਣੇ ਹਨ। ਮੁਸਲਮਾਨਾਂ ਦੇ ਵੱਢ ਕੇ ਚੰਗੇ ਚੰਗੇ ਪੀਰ ਸ਼ਰਨ ਲੈ ਰਹੇ ਹਨ। ਮੁਸਲਮਾਨਾਂ ਦਾ ਹਿੰਦੂ ਅੱਗੇ ਝੁਕਣਾ ਤੇ ਭੇਖੀ ਦਾ ਨਿੱਤ ਭੇਖ ਬਦਲਣ ਵਾਲੇ ਦੇ ਅੱਗੇ ਨਿਉਣਾ ਕਿਸੇ ਕਣੀ ਤੇ ਸੱਤਿਆ ਬਿਨਾਂ ਹੋ ਨਹੀਂ ਸਕਦਾ। ਕਿਤੇ ਮੈਂ ਹੀ ਨਾ ਭੁੱਲ ਤੇ ਹੋਵਾਂ। ਇਹਨਾਂ ਸੋਚ ਵਿਚਾਰਾਂ ਵਿੱਚ ਮੁੱਲੇ ਨੇ ਇੱਕ ਰਾਤ ਸਰਪਣ ਡਿੱਠਾ ਕਿ ਗੁਰੂ ਨਾਨਕ ਦਾ ਰੱਬ ਦੀ ਜੋਤ ਹੈ। ਕਰੋੜਾਂ ਪ੍ਰਕਾਸ਼ ਉਧਾਲੇ ਹਨ ਤੇ ਜਗਤ ਦੇ ਗੁਪਤ ਪ੍ਰਗਟ ਮਹਾਂਪੁਰਖ ਨਮਸਕਾਰਾਂ ਕਰਕੇ ਆਰਤੀਆਂ ਉਤਾਰ ਰਹੇ ਹਨ। ਜਾ ਕੇ ਖਿਆਲ ਫੁਰਿਆ ਕਿ ਚੌਧਰੀ ਬੜਾ ਸਿਆਣਾ ਹੈ ਸੀ। ਇਸ ਕਈ ਸਾਧ ਵੇਖੇ ਪਰਸੇ ਹਨ, ਕਦੇ ਕਿਤੇ ਨਹੀਂ ਸੀ ਨੀਵਿਆ, ਪਰ ਇੱਥੇ ਐਸਾ ਨੀਵਿਆ ਹੈ ਕਿ ਸਿਰ ਹੀ ਨਹੀਂ ਚਾਹੁੰਦਾ। ਇਸ ਤਰ੍ਹਾਂ ਸੋਚ ਕੇ ਅਜੀਤੇ ਨਾਲ ਜਾ ਕੇ ਵਿਚਾਰ ਕੀਤੇ ਉਸ। ਇਉਂ ਸਹਿਜੇ ਸਹਿਜੇ ਮੂਲੇ ਵਰਗੇ ਕਠੋਰ ਚਿੱਤ ਵਾਲੇ ਤੇ ਨਿਤ ਬੇਦਬੀਆਂ ਕਰਨ ਵਾਲੇ ਦੇ ਮਨ ਤੋਂ ਮਾਇਆ ਦੀ ਛਾਇਆ ਘਟੀ। ਛਾਇਆ ਆਪੇ ਕੀ ਘਟਣੀ ਸੀ, ਕੌਤਕ ਹਾਰ ਜੋ ਦੁਆਰੇ ਆਇਆ ਬੈਠਾ ਹੈ, ਕੋਈ ਮੇਰਾ ਹੀ ਕਰਨ ਆਇਆ ਹੈ। ਜਗਤ ਨੂੰ ਜੋ ਤਾਰਿਆ ਹੈ, ਸਮੇਂ ਸੰਜੋਗ ਪਛਾਣਦਾ ਹੈ, ਵੇਲੇ ਸਿਰ ਆਪਣਿਆਂ ਨੂੰ ਵੀ ਤਾਰਨਾ ਉਸ ਦਾ ਬਿਰਧ ਹੈ। ਹੁਣ ਮੂਲੇ ਨੂੰ ਇੱਕ ਦਿਨ ਆਪਣੇ ਮਰਨੇ ਦਾ ਖਿਆਲ ਆਇਆ। ਅੰਤ ਚੱਲਣਾ ਹੈ, ਜੋ ਬਣਿਆ ਸੋ ਟੁੱਟਦਾ ਹੈ, ਜੋ ਘੜਿਆ ਸੋ ਭੱਜਦਾ ਹੈ, ਸਦਾ ਕਿਸ ਰਹਿਣਾ ਹੈ। ਮੈਂ ਉਸ ਨੂੰ ਚੰਬੜ ਰਿਹਾ ਹਾਂ ਜੋ ਛੱਡ ਜਾਣੀ ਹੈ ਤੇ ਨਾਲ ਨਹੀਂ ਨਿਭਣੀ। ਮੈਂ ਇਸ ਲੱਛੋ ਬਾਈ ਨੂੰ ਐਸਾ ਅਪਣਾਇਆ ਹੈ ਕਿ ਧੀ ਤੇ ਦੋਤਿਆਂ ਨੂੰ ਵੀ ਓਪਰੇ ਜਾਂਦਾ ਹੈ। ਮੈਂ ਉਹਨਾਂ ਤੇ ਖਰਚ ਹੁੰਦੀ ਮਾਇਆ ਨੂੰ ਵੀ ਅਜਾਈ ਜਾਂਦੀ ਜਾਣਿਆ। ਉਹ ਮਾਇਆ ਤਾਂ ਸਫਲ ਹੋ ਰਹੀ ਸੀ। ਅਸਲ ਵਿੱਚ ਉਸ ਦੇ ਮਨ ਨੇ ਠੋਕਰ ਪਹਿਲੀ ਇੱਥੇ ਹੀ ਖਾਧੀ ਸੀ। ਜਦ ਤਾਈਂ ਗੁਰੂ ਜੀ ਵੱਲੋਂ ਚੁੱਪ ਸੀ, ਉਹਦਾ ਮਨ ਹੱਠ ਤੇ ਕ੍ਰੋਧ ਵਿੱਚ ਸੀ। ਜਦ ਹੀ ਕੀ ਧੀ ਦੋਤੇ ਘਰੋਂ ਚਲੇ ਗਏ ਤਾਂ ਉਸ ਦੇ ਮਨ ਦੀ ਹੱਠਾ ਗ੍ਰਹਿ ਵਾਲੀ ਜਗਤ ਢਿੱਲੀ ਹੋਣ ਲੱਗ ਪਈ। ਜਦ ਮਨ ਨੇ ਢਿੱਲ ਖਾਧੀ ਤਾਂ ਹੋਰ ਭਾਵ ਦੀਆਂ ਵਿਚਾਰਾਂ ਨੂੰ ਆਪਣਾ ਕੰਮ ਕਰਨ ਦਾ ਮੌਕਾ ਮਿਲ ਗਿਆ। ਸਹਿਜੇ ਸਹਿਜੇ ਮੁੱਲੇ ਨੂੰ ਹੋਸ਼ ਆ ਗਈ ਤਾਂ ਹੁਣ ਨਜ਼ਰ ਗੁਰੂ ਨਾਨਕ ਦੇ ਗੁਣਾਂ ਵੱਲ ਪੈਣ ਲੱਗ ਪਈ। ਕੌਣ ਹੈ ਜੋ ਘਰ ਦੇ ਸੁੱਖ, ਸਰਕਾਰੀ ਇੱਜ਼ਤ ਵਾਲੀ ਨੌਕਰੀ, ਪੁੱਤਰ ਵੋਟੀ, ਦੇਵੀ ਭੈਣ ਤੇ ਮਾਤਾ ਪਿਤਾ ਪਰਿਵਾਰ ਛੋੜ ਕੇ ਜਗਤ ਵਿੱਚ ਫਕੀਰੀ ਧਾਰ ਕੇ ਦੁੱਖ ਭੁੱਖ ਕਲੇਸ਼ ਸਿਰ ਲੈ ਕੇ ਸਾਈਂ ਦੇ ਨਾਮ ਦੀ ਦੁਹਾਈ ਦਿੰਦਾ ਜਗਤ ਨੂੰ ਨਿਸਤਾਰਨ ਅਰਥ ਫਿਰਦਾ ਹੈ। ਜ਼ਰੂਰ ਨਾਨਕ ਉੱਚਾ ਹੈ ਤੇ ਦੁੱਖ ਹਰਤਾ ਹੈ। ਐਸੇ ਐਸੇ ਵਿਚਾਰ ਤੇ ਸਮਰਥਕ ਸਾਹਮਣੇ ਦਰਸ਼ਨ, ਸਤਸੰਗ, ਗੁਰੂ ਜੀ ਦਾ ਵਰਤਾਓ ਤੇ ਪ੍ਰਭਾਵ ਤੱਕ ਕੇ ਆ ਇੱਕ ਦਿਨ ਮੁੱਲਾ ਵੀ ਦਿਲੋਂ ਮਨੋਂ ਟੁੱਟ ਕੇ ਚਰਨੀ ਢੱਠਾ ਤੇ ਲੱਗਾ ਬੇਨਤੀਆਂ ਕਰਨ। ਹੇ ਦਾਤਾ, ਤੂੰ ਮਹਾਂਪੁਰਖ ਹੈ, ਤੂੰ ਜੋਤ ਇਲਾਹੀ ਹੈ, ਤੂੰ ਜਗਤ ਨਿਸਤਾਰਨ ਆਇਆ ਹੈ। ਮੂਰਖ ਨੇ ਸਾਰ ਨਾ ਜਾਤੀ, ਦਿਨ ਰਾਤ ਨਿੰਦਿਆ ਕਰਦਾ ਰਿਹਾ ਹਾਂ। ਦਿਨ ਨਹੀਂ, ਵਰਿਆਂ ਬਦੀ ਗੁਣਾਂ ਦੇ ਦਾਤੇ ਵਿੱਚ ਔਗੁਣ ਆਰੋਪਦਾ ਰਿਹਾ ਹਾਂ। ਤੂੰ ਜੋ ਸਲਾਹਣਯੋਗ ਹੈ, ਮੈਂ ਤੇਰੀ ਨਿੰਦਾ ਕੀਤੀ ਹੈ। ਹੁਣ ਤੇਰੀ ਸ਼ਰਨ ਆਇਆ ਹਾਂ। ਜੋਗ ਤਾਂ ਬੜੇ ਦੰਡ ਦੇ ਹਾਂ, ਪਰ ਮਿਹਰ ਕਰੋ, ਆਪਣੇ ਬਿਰਧ ਦੀ ਲੱਜਿਆ ਪਾਲੋ ਤੇ ਮੇਰਾ ਵੀ ਨਿਸਤਾਰਾ ਕਰੋ। ਇਸ ਤਰ੍ਹਾਂ ਦਰਵੇ ਹੋਏ ਦੇਖ ਕੇ ਨਰਮੀਆਂ ਵਾਲੇ ਦਾਤੇ ਦਾ ਦਿਲ ਪਸੀਜਿਆ। ਗੁਣ ਕੀਤਿਆਂ ਤਾਂ ਭਲਾਈ ਸਭ ਕੋਈ ਕਰਦਾ ਹੈ, ਪਰ ਅਵਗੁਣਾਂ ਦੇ ਬਦਲੇ ਨੇਕੀਆਂ ਕਰਨ ਵਾਲਾ ਇੱਕ ਗੁਰੂ ਨਾਨਕ ਹੈ। ਹਾਂ, ਗੁਰੂ ਨਾਨਕ ਪਸੀਜਿਆ, ਵਰ ਦਿੱਤਾ।
ਸਿਮਰੋ ਸਤਨਾਮ ਗਤ ਦਾਈ, ਸਤ ਸੰਗਤ ਮਹਿ ਮਿਲ ਸੁਖ ਪਾਈ। ਕਰ ਬੰਧਨ ਕਰ ਤਾਰ ਅਘਾਰੀ, ਪਾਵੋਗੇ ਅਪਵਰਗ ਸੁਖਾਰੀ। ਵਰ ਹੋ ਗਿਆ ਦਾਤ ਮਿਲ ਗਈ, ਮੂਲੇ ਦੇ ਮੋਹ ਪਟਲ ਟੁੱਟ ਗਏ। ਹਉਮੈ ਦੇ ਛੋੜ ਕੱਟੇ ਗਏ। ਸਿਮਰਨ ਵਿੱਚ ਸੁਰਤ ਸੁਖ ਤੇ ਸਹਿਜ ਨਾਲ ਲੱਗ ਗਈ। ਜਦੋਂ ਆਤਮਾ ਵਿੱਚ ਸਿਮਰਨ ਦੇ ਰੰਗ ਨੇ ਸੁਖ ਦਾ ਰੰਗ ਲਾ ਦਿੱਤਾ, ਬ੍ਰਿਤੀ ਤੇ ਮਨ ਅਨੁਕੂਲ ਹੋ ਗਏ ਤੇ ਸਾਈ ਰੰਗ ਰੱਤੇ ਗਏ, ਤਾਂ ਮੂਲੇ ਦਾ ਰੰਗ ਦੇਖ ਦੇਖ ਚੰਦੋ ਵੀ ਬਦਲੀ ਤੇ ਅੰਤ ਉਸ ਦੀ ਮੋਹ ਮਾਇਆ ਦੀ ਕਾਈ ਤੇ ਛਾਈ ਘਟੀ। ਆਪਣੇ ਜਵਾਈ ਵਿੱਚ ਉਸ ਦੀ ਸੰਤ ਭਾਵਨਾ ਹੋ ਗਈ। ਸਾਕਾਦਾਰੀ ਦੀ ਪਕੜ ਬਿੰਸੀ ਤੇ ਸਤਸੰਗ ਦੇ ਨਵੇਂ ਨਾਤੇ ਜੋੜਨ ਦਾ ਚਾਉ ਆਇਆ। ਪਰ ਹੁਣ ਉਸ ਨੂੰ ਆਪਣੇ ਆਖੇ ਹੋਏ ਕਠੋਰ ਬਚਨਾਂ ਦੀ ਸ਼ਰਮ ਖਾਵੇ ਕਿ ਕਿਸ ਮੂੰਹ ਜਾ ਕੇ ਸ਼ਰਨ ਤਕਾਵਾਂ। ਜਦ ਪਤੀ ਨੂੰ ਰੰਗ ਰਸ ਮੱਤਾ ਵੇਖ ਕੇ ਤਾਂ ਹੌਸਲਾ ਵੱਧ ਜਾਵੇ ਕਿ ਉਹ ਦਰ ਬਖਸ਼ਿੰਦ ਹੈ। ਉੱਥੇ ਮੇਰੇ ਵਾਕ ਤਾਂ ਚੁਭਦੇ ਤੇ ਆਪਣੇ ਅਸਰ ਰੱਖਦੇ ਜੇ ਉੱਥੇ ਖੁਸ਼ਕੀ ਹੁੰਦੀ। ਉੱਥੇ ਤਾਂ ਥਿੰਦ ਹੀ ਥਿੰਦ ਹੈ, ਮੇਰੇ ਵਾਕ ਪੋਹੇ ਨਹੀਂ, ਬੇਅਸਰ ਤਿਲਕ ਤਿਲਕ ਗਏ ਜਾਪਦੇ ਹਨ। ਪਤੀ ਦੇ ਸਤਸੰਗ ਤੇ ਸਮਝਾਉਣ ਨੇ ਹੌਸਲਾ ਬੰਨ੍ਹ ਦਿੱਤਾ ਤੇ ਚੰਦੋ ਰਾਣੀ ਨੇ ਵੀ ਆ ਸ਼ਰਨ ਤਕਾਈ। ਮਹਿਰਾਂ ਦੇ ਦਾਤੇ ਨੇ ਉਸ ਦੇ ਵਿਛੋੜ ਕੱਟੇ ਤੇ ਸਤਨਾਮ ਵਿੱਚ ਲਿਵ ਲਾ ਦਿੱਤੀ। ਹੁਣ ਜਦ ਕਾਲਜੇ ਨੂੰ ਠੰਡ ਪਈ, ਆਪਣੀ ਮੈਲ ਹਟੀ ਤੇ ਆਤਮ ਸੁਖ ਮਿਲਿਆ, ਤਾਂ ਦਿਸਿਆ ਕਿ ਗੁਰੂ ਨਾਨਕ ਤਾਂ ਰੱਬ ਦੀ ਜੋਤ ਹੈ ਤੇ ਉਸ ਦਾ ਜਗਤ ਵਿੱਚ ਫਿਰਨਾ ਜਗਤ ਨੂੰ ਸੁਖ ਵੰਡਣ ਵਾਸਤੇ ਸੀ। ਜਿਸ ਨਾਲ ਕਿ ਸਾਨੂੰ ਦੋਤਿਆਂ ਨੂੰ ਪਾਸ ਰੱਖ ਕੇ ਸੇਵਾ ਦਾ ਅਵਸਰ ਮਿਲਿਆ ਸੀ, ਜੋ ਅਸਾਂ ਕੋਝੀ ਤਰ੍ਹਾਂ ਨਿਭਾਇਆ। ਪਰ ਧੰਨ ਦਾਤਾ ਹੈ ਜਿਸ ਨੇ ਸਾਡੇ ਅੱਗੂ ਨਹੀਂ ਚਿਤਾਰੇ ਤੇ ਆਪਣੀ ਮਿਹਰ ਵਿੱਚੋਂ ਸਾਨੂੰ ਵਰਸਾਇਆ ਸੂ। ਇਉਂ ਚੰਦੋ ਨੂੰ ਗੁਰੂ ਨਾਨਕ ਦੀ ਅਜ਼ਮਤ, ਉਸ ਦੇ ਉੱਚੇ ਆਸ਼ ਤੇ ਉਸ ਦੀ ਉੱਚ ਗਤੀ ਹੁਣ ਸਾਫ਼ ਪਏ ਦਿਸਦੇ ਹਨ। ਸ਼ੁਕਰ ਆਉਂਦਾ ਹੈ, ਵਿਰਾਗ ਛੁੱਟਦਾ ਹੈ, ਅਰਦਾਸ ਆ ਮੁਹਾਰੀ ਨਿਕਲਦੀ ਹੈ। ਫਿਰ ਸਿਮਰਨ ਦਾ ਰੋਹ ਰੰਗ ਰਸ ਵਾਲਾ ਹੋ ਕੇ ਬਚਦਾ ਹੈ ਤੇ ਕਦਰ ਪੈਂਦੀ ਹੈ ਕਿ ਕੀ ਨਿਆਮਤ ਸੀ ਇਸ ਦਾਤੇ ਪਾਸ ਜੋ ਅਸਾਂ ਨੂੰ ਹੁਣ ਮਿਲੀ ਹੈ, ਤੇ ਪਹਿਲੇ ਇਸ ਤੋਂ ਅਸੀਂ ਵਿਰਵੇ ਸਾਂ। ਹੁਣ ਧੀ ਫਕੀਰ ਹੋ ਗਈ ਨਹੀਂ ਦਿਸਦੀ, ਪਰ ਸੁੱਖ ਦੇ ਘਰ ਆਪਣੀ ਜਗਤ ਮਾਤਾ ਹੋ ਗਈ ਦਿਸਦੀ ਹੈ। ਗੁਰੂ ਜੀ ਇੱਥੇ ਕਿਤਨਾ ਸਮਾਂ ਟਿਕੇ ਰਹੇ ਤੇ ਬਹੁਤ ਜੀਵਾਂ ਦਾ ਉਧਾਰ ਹੋਇਆ। ਅਜੀਤਾ ਇੱਕ ਸ਼ਕਤੀਮਾਨ ਪੁਰਖ ਬਣ ਗਿਆ ਤੇ ਸੱਸ ਸਹੁਰਾ ਪਾਰਗ੍ਰਾਮੀ ਹੋ ਗਏ। ਗੁਰੂ ਜੀ ਕਰਤਾਰਪੁਰ ਆ ਗਏ ਤੇ ਅਜੀਤੇ ਨੇ ਮਾਤਾ ਜੀ ਤੇ ਪਰਿਵਾਰ ਨੂੰ ਕਰਤਾਰਪੁਰ ਪਹੁੰਚਾ ਦਿੱਤਾ। ਸੂਚਨਾ: ਕੁਝ ਦਿਨਾਂ ਬਾਅਦ ਗੁਰੂ ਜੀ ਹੁਣ ਫਿਰ ਕਰਤਾਰਪੁਰੋਂ ਟੁਰ ਪਏ। ਪੁਰਾਤਨ ਜਨਮ ਸਾਖੀ ਵਿੱਚ ਪਹਿਲੇ ਕਸ਼ਮੀਰ ਤੇ ਫਿਰ ਸੁਮੇਰ ਜਾਣਾ ਲਿਖਿਆ ਹੈ, ਸੋ ਅਗਲੇ ਲੇਖ ਵਿੱਚ ਕਸ਼ਮੀਰ ਦਾ ਕੁਝ ਪ੍ਰਸੰਗ ਹੈ। ਅਰਸ਼ੀ ਨੂਰ। ਸੋਹਣੀ ਸੋਹਣੀ ਪਿਆਰੀ ਪਿਆਰੀ ਪੌਣ ਰੁਮਕ ਰਹੀ ਹੈ। ਸੂਰਜ ਹੋਰੀ ਡੁੱਬ ਰਹੇ ਹਨ। ਇੱਕ ਸਾਫ਼ ਸੁਥਰੇ ਪਾਣੀ ਦਾ ਹੌਲ ਦਿੱਲੀ ਵਰਗੇ ਰੰਗ ਦੀ ਭਾਅ ਵਾਲਾ ਪ੍ਰਵਾਹ ਵਗ ਰਿਹਾ ਹੈ। ਇਸ ਦੇ ਕਿਨਾਰੇ ਛੋਟਾ ਜਿਹਾ ਬਗੀਚਾ ਹੈ, ਵਿੱਚ ਇੱਕ ਕੁਟੀਆ ਹੈ, ਅੱਗੇ ਇੱਕ ਤਖਤਪੋਸ਼ ਡੱਠਾ ਹੈ। ਇਸ ਪਰ ਇੱਕ ਬਿਰਧ ਪੁਰਖ ਚੌਂਕੜੀ ਮਾਰੇ ਬੈਠਾ ਹੈ। ਦਾੜਾ ਚਿੱਟਾ ਸਫੇਦ ਤੇ ਲੰਮਾ ਹੈ, ਚਿਹਰਾ ਲਾਲੀ ਭਾਅ ਮਾਰਦਾ ਹੈ। ਚਾਹੋ ਇਸ ਵਿੱਚ ਬੁਢਾਪੇ ਦੇ ਰੰਗ ਆਪਣਾ ਜੋਬਨ ਦਿਖਾ ਰਹੇ ਹਨ। ਸੂਰਜ ਅਸਤ ਹੋ ਗਿਆ, ਪੋਹ ਦਾ ਚਾਨਣਾ ਫੈਲ ਗਿਆ ਕਿ ਬ੍ਰਿਧ ਨੇ ਅੱਖਾਂ ਖੋਲੀਆਂ ਤੇ ਹੌਕਾ ਲੈ ਕੇ ਇੱਕ ਫਾਰਸੀ ਦਾ ਟੱਪਾ ਗਾਵਿਆ, ਜਿਸ ਦਾ ਮਤਲਬ ਕੁਝ ਇਸ ਤਰ੍ਹਾਂ ਦਾ ਸੀ: ਹੇ ਰੂਪ ਰੇਖ ਤੋਂ ਨਿਆਰੇ ਰੱਬ, ਮੈਂ ਸਾਰੇ ਰੂਪ ਰੇਖ ਤੋਂ ਅੱਖਾਂ ਹੋੜ ਕੇ ਤੇਰੇ ਕੇਵਲ ਤੇਰੇ ਧਿਆਨ ਤੇ ਲਾਈਆਂ, ਪਰ ਹਾਏ ਤੇਰੇ ਵਜੂਦ ਨੇ ਝਲਕਾ ਨਾ ਦਿਖਾਇਆ ਤੇ ਤੇਰੀਆਂ ਨੁਹਾਰਾਂ ਨਜ਼ਰੀ ਨਾ ਆਈਆਂ। ਹੁਣ ਤੂੰ ਹੋ ਰੂਪ ਰੇਖ ਧਾਰ ਕੇ ਆ, ਜੋ ਇਹ ਨਿਤਾਣੀਆਂ ਅੱਖਾਂ ਤੈਨੂੰ ਕਿਵੇਂ ਸਹੀ ਤੱਕ ਤਾਂ ਲੈਣ। ਉਸ ਤੋਂ ਪਹਿਲਾਂ ਕਿ ਇਹ ਮਿਟ ਜਾਣ, ਸਦਾ ਲਈ ਮਿਟ ਜਾਣ, ਤੇਰੇ ਜਲਵੇ ਇੱਕ ਵਾਰ ਤਾਂ ਇਹਨਾਂ ਵਿੱਚ ਆ ਪੈਣ। ਮੇਰਾ ਕਾਲਜਾ ਤੜਪ ਤੜਪ ਰਹਿ ਗਿਆ, ਮੇਰਾ ਦਿਲ ਧੜਕ ਧੜਕ ਰਹਿ ਗਿਆ, ਮੇਰੀ ਛਾਤੀ ਉਮਗ ਉਮਗ ਰਹਿ ਗਈ ਤੇਰੇ ਪਰ ਤੇਰੇ। ਹੇ ਅਰੂਪ ਅਰੇਖ ਮੇਰੇ ਰੱਬ ਜੀ, ਤੇਰੇ ਫੇਰੇ ਨਾ ਪਏ, ਤੇਰੀ ਜੱਫੀ ਦੀ ਠੰਡਕ ਮੇਰੇ ਸੀਨੇ ਨੇ ਨਾ ਪਾਈ। ਆ ਕੇ ਮੈਂ ਮੁਤੰਜ਼ਿਰ ਹਾਂ, ਆ ਕੇ ਮੌਤ ਮੇਰੀ ਮੁਤੰਜ਼ਿਰ ਹੈ। ਆ ਕੇ ਮੇਰੇ ਖੁਰਾ ਖੋਜ ਮਿਟ ਜਾਣ ਤੋਂ ਪਹਿਲਾਂ ਮੈਂ ਤੇਰਾ, ਹੇ ਬੇਪਤਾ ਹੇ ਬੇਨਿਸ਼ਾਂ, ਦਰਸ਼ਨ ਪਾ ਲਵਾਂ। ਇਹ ਕੁਝ ਕਹਿ ਕੇ ਬੁੱਢਾ ਰੋਇਆ, ਛਮਾ ਛਣ ਨੈਣ ਵੱਗੇ, ਅਸਤੇ ਸੂਰਜ ਦੀਆਂ ਲਾਲੀਆਂ ਵੱਲ ਤੱਕਿਆ ਤੇ ਆਪਣੀ ਜ਼ਿੰਦਗੀ ਦੇ ਸੂਰਜ ਅਸਤ ਹੋਣ ਦਾ ਨਕਸ਼ਾ ਇਸ ਨਕਸ਼ ਵਿੱਚ ਵੇਖ ਕੇ ਹੋਰ ਰੋਇਆ। ਆਪਣੀ ਮੌਤ ਦੀ ਯਾਦ ਵਿੱਚ ਰੋਇਆ, ਆਪਣੀ ਸਾਰੀ ਉਮਰ ਦੀ ਨਾ ਪੂਰੀ ਹੋਈ ਆਸ ਵਿੱਚ ਰੋਇਆ। ਲੋਡੇ ਪੈਰੇ ਸੂਰਜ ਡੁੱਬੇ ਮਗਰੋਂ ਦੀ ਪੋਹ ਦਾ ਚਾਨਣਾ ਵੀ ਟੁਰ ਪਿਆ। ਹਨੇਰਾ ਛਾ ਗਿਆ ਤੇ ਨਾਲੇ ਨੀਲੇ ਆਕਾਸ਼ ਵਿੱਚ ਚਿੱਟੇ ਚਿੱਟੇ ਤਾਰੇ ਚਮਕ ਪਏ।
ਬੁੱਢੇ ਹੁਰੀ ਹੁਣ ਵੱਧਦੀ ਸਰਦੀ ਵੇਖ ਕੇ ਕੁਟੀ ਵਿੱਚ ਜਾਣਾ ਚਾਹੁੰਦੇ ਸਨ ਕਿ ਉਠਣੀ ਦੇ ਗਲ ਦੀਆਂ ਟਲੀਆਂ ਦੀ ਟਨਕਾਰ ਕੰਨੀ ਆ ਪਈ ਤੇ ਜੀਕੂ ਲੇਲੀ ਦੀ ਊਂਠ ਦੀ ਟੱਲੀ ਦੀ ਟਨ ਮਜਨੂ ਦੇ ਜੀਅ ਵਿੱਚ ਆਸ ਦੀ ਝਰਨਾਟ ਛੇੜਿਆ ਕਰਦੀ ਸੀ। ਇਸ ਤਰ੍ਹਾਂ ਇਸ ਬੁੱਢੇ ਦੇ ਜੀਅ ਵਿੱਚ ਆਸਾਂ ਨੇ ਫੇਰਾ ਪਾਇਆ ਤੇ ਆਪਣੇ ਆਪ ਹੀ ਬੋਲ ਉੱਠਿਆ, ਆ ਬਈ ਸਾਡੇ ਪੁਰਾਣੇ ਬੇਲੀਆ, ਤੂੰ ਹੀ ਚੰਗਾ ਰਿਓ ਯਾਰਾ। ਤੂੰ ਆਪਣੇ ਮਹਿਬੂਬ ਨੂੰ ਸਦਾ ਛਾਤੀ ਨਾਲ ਲਾਈ ਰੱਖਿਆ ਤੇ ਸਦਾ ਵੇਖਿਆ। ਚਾਹੇ ਕੁਛ ਸੀ ਪਰ ਮੇਰੇ ਵਾਂਗ ਤੇਰੀ ਸਾਰੀ ਉਮਰ ਮਹਿਬੂਬ ਦੀਆਂ ਤਾਂਗਾਂ ਸਿੱਕਾਂ ਤੇ ਸਦਰਾਂ ਵਿੱਚ ਹੀ ਤਾਂ ਨਹੀਂ ਨਾ ਚਲੀ ਗਈ। ਤੂੰ ਜੋ ਕੁਛ ਧਾਰਿਆ ਸੋ ਪਾਇਆ, ਅਸਾਂ ਜੋ ਕੁਛ ਧਾਰਿਆ ਸੋ। ਆਸ ਆਸ ਕਰਦਿਆਂ ਉਹ ਆਸ ਹੀ ਬਿਲਾ ਗਈ, ਆਸ ਜਿਸ ਦੀ ਕੀਤੀਆਂ ਨਿਰਾਸ ਹੀ ਬਿਨਾ ਗਈ। ਉਮਰ ਹੀ ਵਿਹਾ ਗਈ ਤੇ ਜ਼ਿੰਦਗੀ ਮੁਕਾ ਗਈ, ਖੈਰ ਕਦੀ ਦਰਸ਼ਨਾਂ ਦੀ ਝੋਲੀ ਨਹੀਂ ਨਾ ਆ ਪਈ। ਆ ਬਈ ਬ੍ਰਹਮਦਾਸਾ ਯਾਰਾ ਆ, ਅੱਜ ਤਾਂ ਅਸੀਂ ਤੇਰੇ ਹੀ ਮੁਰੀਦ ਬਣੀਏ ਤਾਂ ਠੀਕ ਹੈ। ਇਸ ਪਾਰਸਾਈ ਮੋਮਨਾਈ ਨੂੰ ਅਸਤੀਫਾ ਦਈਏ ਤੇ ਬੁੱਤਖਾਨੇ ਦੀ ਸੈਰ ਕਰੀਏ। ਇਹਨਾਂ ਮਨ ਉਕਤੀਆਂ ਕਰਦਿਆਂ ਨੂੰ ਬਿਰਧ ਪੁਰਖ ਜੀ ਦੇ ਸਾਹਮਣੇ ਸੋਹਣੇ ਭਰਵੇ ਪੂਰੀ ਉਮਰਾਂ ਦੇ ਪੰਡਤ ਬ੍ਰਹਮਦਾਸ ਜੀ ਆ ਗਏ। ਗੱਲ ਲੰਮਾ ਚੋਲਾ ਹੈ, ਸਿਰ ਪੀਲਾ ਦੁਪੱਟਾ ਬੱਧਾ ਹੈ ਤੇ ਛਾਤੀ ਉੱਪਰ ਠਾਕਰਾਂ ਦੀ ਪੱਥਰ ਦੀ ਮੂਰਤੀ ਲਟਕ ਰਹੀ ਹੈ। ਮਗਰ 2 ਊਂਠ ਆ ਰਹੇ ਹਨ ਜਿਨ੍ਹਾਂ ਪਰ 18 ਪੁਰਾਣ ਤੇ ਹੋਰ ਪੁਸਤਕ ਲੱਦੇ ਹੋਏ ਹਨ। ਬਾਗ ਵਿੱਚ ਇੱਕ ਹੋਰ ਤਖਤ ਪੋਸ਼ ਖਾਲੀ ਪਿਆ ਸੀ, ਇਸ ਪਰ ਗਲੀਚਾ ਵਿਛਿਆ ਸੀ। ਇਹ ਸਦਾ ਇਸ ਬ੍ਰਾਹਮਣ ਦੇਵਤਾ ਲਈ ਡੱਠਾ ਰਹਿੰਦਾ ਸੀ। ਸੋ ਆਪ ਆ ਕੇ ਇਸ ਪਰ ਸੱਜ ਗਏ ਤੇ ਆਪਣੇ ਮਿੱਤਰ ਜੀ ਨੂੰ, ਜੋ ਪਹਿਲਾਂ ਬੈਠੇ ਸਨ ਤੇ ਜਿਨ੍ਹਾਂ ਦਾ ਨਾਮ ਕਮਾਲ ਸੀ, ਆਸ਼ੀਰਵਾਦ ਦਿੱਤੀ। ਉਹਨਾਂ ਨੇ ਵੀ ਸਲਾਮ ਦੁਆ ਆਖੀ। ਸੁੱਖ ਸਾਂਦ ਦੀਆਂ ਗੱਲਾਂ ਹੋ ਚੁੱਕਣ ਮਗਰੋਂ ਕਮਾਲ ਜੀ ਬੋਲੇ, ਲੈ ਵੇ ਬੀਬਾ ਗੱਲ ਉਹ ਵੇ ਹੋਈ, ਕਾਬੇ ਵਿੱਚ ਕੁਛ ਮਿਲਿਓ ਨਾ ਟੋਈ। ਚੱਲ ਵੇ ਬੀਬਾ ਬੁੱਤਖਾਨੇ ਨੂੰ ਚਲੀਏ, ਸਿਜਦੇ ਚੱਲ ਕੇ ਵੇ ਕਾਫਰ ਨੂੰ ਕਰੀਏ। ਬ੍ਰਾਹਮਣ ਦਾਸ, ਸੱਜਣਾ ਅੱਜ ਇਹ ਕੀ ਆਵਾਜ਼ੇ ਹਨ? ਅਸੀਂ ਤਾਂ ਮੁੱਦਾਂ ਤੋਂ ਆਖਦੇ ਸਾਂ ਕਿ ਨਿਰਗੁਣ ਦੇ ਝਗੜੇ ਵਿੱਚੋਂ ਕੀ ਕੱਢਣਾ ਜੇ, ਸਰਗੁਣ ਉਪਾਸਨਾ ਕਰੋ ਤਾਂ ਕੁਛ ਪੱਲੇ ਪਵੇ। ਕਮਾਲ, ਮਿੱਤਰਾ ਤੇਰਾ ਹਿੰਦੂ ਘਰ ਦਾ ਜਨਮ, ਤੂੰ ਜਨਮ ਤੋਂ ਬੁੱਤ ਪ੍ਰਸਤ, ਮੈਂ ਮੁਸਲਮਾਨਾਂ ਦੇ ਜੰਮਦਿਆਂ ਬੁੱਤ ਸ਼ਿਕਨ। ਪਰ ਯਾਰੀ ਸਾਡੀ ਮੁੱਲਾਂ ਦੇ ਪਰਦਿਆਂ ਲੱਗ ਗਈ ਬਾਲਪਨੇ ਵਿੱਚ ਹੀ। ਤੈਨੂੰ ਵੀ ਧਰਮ ਵੱਲ ਰੁਖ ਪਿਆ, ਸਾਨੂੰ ਵੀ। ਤੈਨੂੰ ਤਾਂ ਘਰੋਂ ਹੀ ਪੱਥਰ ਦਾ ਮਹਿਬੂਬ ਮਿਲ ਪਿਆ। ਅਸਾਂ ਢੂੰਡਿਆ ਰੂਪ ਰੇਖ ਤੋਂ ਨਿਆਰਾ ਕੋਈ ਜਿਉਂਦਾ, ਸੋ ਉਮਰਾਂ ਲੰਘ ਗਈ, ਇੱਕ ਝਲਕਾ ਵੀ ਨਹੀਂ ਕਦੇ ਵੱਜਾ ਉਸਦਾ। ਹੁਣ ਮੌਤ ਸਾਹਮਣੇ ਦਿਸਦੀ ਹੈ ਤੇ ਮਹਿਬੂਬ ਨਹੀਂ ਮਿਲਿਆ। ਮਿੱਤਰਾ ਕੋਈ ਦੱਸ, ਜੇ ਤੈਨੂੰ ਕੁਝ ਠੰਡ ਪ੍ਰਾਪਤ ਹੈ ਤਾਂ ਮੈਂ ਵੀ ਤੇਰੇ ਰਾਹ ਲੱਗ ਪਵਾਂ। ਦੇਖ ਮੇਰਾ ਹਾਲ, ਘਰ-ਬਾਰ ਦੁਨੀਆ ਤੋਂ ਮੂੰਹ ਤੋੜਿਆ, ਧੱਪ ਹੱਟ ਕੀਤੇ, ਫਾਕੇ ਕੜਾਕੇ ਕੱਟੇ, ਫਿਰ ਅਜੇ ਫਰੀਦਾ ਟੁੱਖਾ ਸੇਤੀ ਦੇਹੋ ਗਿਆ, ਸੁੱਲਾ ਸੇਤੀ ਰਾਤ, ਖੜਾ ਪੁਕਾਰੇ ਪਾਤਣੀ, ਬੇੜਾ ਕੱਪਰਵਾਤ। ਅੱਜ ਤੀਸਰਾ ਦਿਨ ਹੈ ਰੋਜ਼ੇ ਰੱਖਦਿਆਂ। ਅੱਗੇ ਇਸ ਵੇਲੇ ਜੁਮਾ ਅਯਾਲੀ ਲੰਘਦਾ ਹੋਇਆ ਆਵਾਜ਼ ਦੇ ਜਾਂਦਾ ਸੀ। ਜੇ ਭੁੱਖਾ ਹੁੰਦਾ ਸਾਂ ਤਾਂ 2 ਘੁੱਟ ਭੇਡਾਂ ਦਾ ਦੁੱਧ ਲੈ ਆਂਦਾ ਸੀ। ਤੀਜੇ ਦਿਨ ਤਾਂ ਉਹ ਵੀ ਨਹੀਂ ਆਇਆ। ਬ੍ਰਹਮਦਾਸ, ਸੱਜਣਾ ਮੇਰੀ ਕੀ ਪੁੱਛਦਾ ਹੈ? ਮੇਰਾ ਮਹਿਬੂਬ ਤਾਂ ਮੇਰਾ ਠਾਕੁਰ ਹੈ, ਜਿਸ ਦੀ ਮੂਰਤ ਆ ਮੇਰੇ ਗਲੇ ਲਟਕ ਰਹੀ ਹੈ। 2 ਵੇਲੇ ਮੈਂ ਪੂਜਾ ਕਰ ਲੈਂਦਾ ਹਾਂ। ਸ਼ਾਸਤਰ ਪੁਰਾਣ ਤੇ ਹੋਰ ਪੁਸਤਕ 2 ਊਠਾਂ ਤੇ ਲੱਦੇ ਮੈਂ ਨਾਲ ਰੱਖਦਾ ਹਾਂ, ਕਦੇ ਵੀ ਸਾਹ ਨਹੀਂ ਕਰਦਾ। ਬ੍ਰਤ ਤਪ ਹੱਟ ਵੀ ਕਰਦਾ ਹਾਂ। 2 ਵੇਲੇ ਦੀ ਪੂਜਾ ਵਿੱਚ ਤੇ ਕੁਝ ਪੜ੍ਹਨ ਪੜ੍ਹਾਉਣ ਵਿੱਚ ਸਮਾਂ ਲੰਘ ਜਾਂਦਾ ਹੈ। ਸਮਾਂ ਲੰਘ ਗਿਆ ਹੈ, ਲੰਘ ਜਾਏਗਾ, ਪਰ ਦੇਖਿਆ ਦਿਖਾ ਲਿਆ ਆਪਾਂ ਵੀ ਕੁਝ ਨਹੀਂ ਹੋ। ਤੁਸੀਂ ਜੀ ਸਦਕੇ ਸਰਗੁਣ ਉਪਾਸਨਾ ਧਾਰਨ ਕਰੋ, ਵੇਲਾ ਚੰਗਾ ਲੰਘ ਜਾਇਆ ਕਰੇਗਾ। ਨਿਰਗੁਣ ਦੇ ਖਿਆਲ ਵਿੱਚ ਜੋ ਸਿਰਦਰਦੀ ਹੁੰਦੀ ਹੈ ਨਾ ਹੋਏਗੀ, ਪਰ ਬਾਕੀ ਦੀ ਰਕਮ ਉਹ ਦੀ ਉਹ ਹੈ। ਤੁਸੀਂ ਦੀਨਦਾਰ ਹੋ, ਮੈਂ ਬ੍ਰਹਮਚਾਰੀ ਆਚਾਰਿਆ ਹਾਂ, ਪਰ ਜੋ ਕੁਝ ਭਗਵਾਨ ਜਾਂ ਅੱਲਾ ਦੀ ਪ੍ਰਾਪਤੀ ਹੈ ਉਹਦਾ ਤਾਂ ਮੇਰੀ ਜਾਚੇ। ਸੱਚ ਇਹ ਹੈ ਕਿ ਸਾਨੂੰ ਦੋਹਾਂ ਨੂੰ ਪਤਾ ਨਹੀਂ ਲੱਗਾ। ਕਮਾਲ ਠੰਡਾ ਸਾਹ ਭਰ ਕੇ, ਚੰਗਾ ਲੱਕ ਤੋੜਿਆ ਈ। ਮੈਂ ਤਾਂ ਅੱਜ ਮਿੱਥੀ ਬੈਠਾ ਸਾਂ ਕਿ ਪੂਜਾ ਅਰਚਾ ਆਰੰਭ ਦਿਆਂ ਤਾਂ ਤੁਸਾਂ ਆਪਣੇ ਤਰੀਕੇ ਦਾ ਵੀ ਉਹ ਹਾਲ ਚਾਲ ਸੁਣਾਇਆ। ਚੰਗਾ ਸਾਡੇ ਨਸੀਬ। ਬ੍ਰਹਮਦਾਸ, ਇਹ ਗੱਲਾਂ ਤਾਂ ਰਹੀਆਂ, ਪਹਿਲੇ ਕੁਝ ਖਾ ਲਓ। ਇਹ ਕਹਿ ਕੇ ਪੰਡਤ ਨੇ ਸਾਰਵਾਂ ਨੂੰ ਰੋਟੀ ਲਿਆਉਣ ਵਾਸਤੇ ਟੋਰ ਦਿੱਤਾ। ਕਮਾਲ, ਉਸ ਅਯਾਲੀ ਨੂੰ ਕੀ ਹੋ ਗਿਆ? ਬ੍ਰਹਮ, ਤੁਸਾਂ ਨੂੰ ਪਤਾ ਨਹੀਂ, ਇੱਕ ਕੌਤਕ ਵਰਤ ਰਿਹਾ ਹੈ ਜਿਸ ਲਈ ਮੈਂ ਸਲਾਹ ਕਰਨ ਵਾਸਤੇ ਆਇਆ ਹਾਂ। ਉਹ ਇਹ ਹੈ ਕਿ ਇੱਕ ਤਪਾ ਆਇਆ ਹੈ ਜੋ 14 ਦਿਨ ਤੋਂ ਉਜਾੜ ਵਿੱਚ ਬੈਠਾ ਹੈ। ਕਹਿੰਦੇ ਹਨ ਕਿ ਪੌਣ ਆਹਾਰੀ ਹੈ ਜਾਂ ਬੰਨ ਦੇ ਫੁੱਲ ਕੇ ਪੱਤੇ ਆਹਾਰ ਕਰਦਾ ਹੈ।
ਪੈਰੀ ਚਮੜੇ ਦਾ ਜੁੱਤਾ ਹੈ ਤੇ ਸਾਰੀ ਦੇਹ 'ਤੇ ਵੀ ਚਮੜਾ ਲਪੇਟਿਆ ਹੈ। ਮੱਥੇ ਟਿੱਕਾ ਕੇਸਰ ਦਾ ਹੈ, 2 ਬਾਲਕੇ ਨਾਲ ਹਨ, ਇੱਕ ਛਿੰਬਾ ਹੈ ਤੇ ਇੱਕ ਲੁਹਾਰ ਹੈ। ਸੁਣਿਆ ਹੈ ਕਿ ਇੱਕ ਦਿਨ ਜੁੰਮੇ ਆਲੀ ਨੇ ਉਹਨਾਂ ਨੂੰ ਛੇੜਖਾਨੀ ਜਾ ਕੀਤੀ ਤਾਂ ਕੀ ਦੇਖੇ ਕਿ ਸਭ ਦੁੰਬੇ ਮਾਰ ਰਹੇ ਹਨ। ਤਦ ਜਾ ਪੈਰੀ ਪਿਆ, ਤਪੇ ਦੀ ਮਾਫੀ ਮੰਗਿਓਸ। ਉਸਨੇ ਕਿਹਾ, ਜਾ ਦੁੰਬਿਆ ਦੇ ਕੰਨ ਵਿੱਚ ਕਹੋ ਵਾਹਿਗੁਰੂ। ਬਸ ਜਿਉਂ ਹੀ ਉਸਨੇ ਬਾਣੀ ਕਹੀ, ਦੁੰਬੇ ਸਭ 9 ਬਰ 9 ਹੋ ਗਏ। ਸੋ ਇਹ ਪਰਚਾ ਵੇਖ ਕੇ ਜੁੰਮਾ ਰੇਵੜ ਛੱਡ ਕੇ ਉਹਨਾਂ ਦੀ ਸ਼ਰਨ ਪੈ ਰਿਹਾ ਹੈ ਤੇ ਮੁੜ ਕੇ ਘਰ ਨਹੀਂ ਆਇਆ। ਦੂਏ ਦਿਨ ਰੇਵੜ ਦਾ ਮਾਲਕ ਗਿਆ ਤਾਂ ਦੁੰਬੇ ਖੁੱਲ ਪਏ ਫਿਰਨ ਤੇ ਜੁੰਮਾ ਤਪੇ ਦੀ ਸੇਵਾ ਵਿੱਚ ਨਿਮਗਨ ਬੈਠਾ ਹੈ। ਪੁੱਛਣ ਤੇ ਜਦ ਸਾਰਾ ਹਾਲ ਮਾਲੂਮ ਹੋ ਗਿਆ ਤਦ ਉਹ ਵੀ ਤਪੇ ਦੀ ਸ਼ਰਨ ਪੈ ਗਿਆ। ਸ਼ਹਿਰ ਵਿੱਚ ਸਾਰੇ ਚਰਚਾ ਤੁਰ ਪਈ ਤੇ ਲੋਕ ਲੱਗੇ ਦਰਸ਼ਨ ਕਰਨ। ਸੋ ਘਰ ਘਰ ਮਹਿਮਾ ਹੋ ਰਹੀ ਹੈ। ਮੇਰਾ ਸੰਕਲਪ ਵੀ ਸੀ ਜਾਵਾਂ, ਪਰ ਸ਼ਰਮ ਆਉਂਦੀ ਹੈ ਕਿ ਮੈਂ ਆਪ ਬੜਾ ਧਰਤੀ ਤੇ ਉੱਚਾ ਮਸ਼ਹੂਰ ਹਾਂ। ਟੁਰ ਕੇ ਕੀਕੂ ਜਾਵਾਂ ਤੇ ਮਨ ਦੀ ਵਡਿਆਈ ਕੀਕੁਰ ਗਵਾਵਾਂ। ਅਜੇ ਇਹ ਵੀ ਪਤਾ ਨਹੀਂ ਕਿ ਕੌਣ ਹਨ, ਕੈਸੇ ਹਨ, ਕਿਤੇ ਮੇਰੇ ਹੀ ਵਰਗੇ ਬ੍ਰਹਮਦਾਸ ਤਾਂ ਨਹੀਂ। ਹੁਣ ਮੈਂ ਤੁਸਾਂ ਨਾਲ ਗੱਲਬਾਤ ਕਰਨ ਆਇਆ ਹਾਂ ਕਿ ਅਸੀਂ ਬਾਲ ਸਖਾਈ ਮਿੱਤਰ ਹਾਂ, ਪਰਮਾਰਥ ਦਾ ਸੁੱਖ ਦੁੱਖ ਸਾਂਝਾ ਵੰਡਦੇ ਰਹੇ ਹਾਂ। ਇਸ ਵੇਲੇ ਕੀ ਕਰਨਾ ਚਾਹੀਏ? ਕਮਾਲ ਠੰਡਾ ਸਾਹ ਭਰ ਕੇ, ਸੜ ਗਏ ਕੁੱਲੇ ਕੋਠੇ ਸਾਡੇ, ਹੜ ਕੋਈ ਚੜ ਆਵੇ, ਬਾਕੀ ਰਹੀ ਸੁਆਹ ਨੂੰ ਰੋੜੇ, ਨਾਮ ਨਿਸ਼ਾਨ ਮਿਟਾਵੇ। ਉਜੜੇ ਬਾਗ ਸਾਡੇ ਭਾਈ, ਝੱਖੜ ਚੜ ਕੇ ਆਵੇ, ਰਹਿੰਦੇ ਖੁੰਦੇ ਨੂੰ ਲੈ ਉੱਡੇ, ਰੜੇ ਮੈਦਾਨ ਬਣਾਵੇ। ਬ੍ਰਹਮ ਦਾਸਾ ਯਾਰਾ ਕੀ ਤੱਕਣਾ ਹੈ, ਛਾਲ ਮਾਰ ਤੇ ਮਿਲ ਸਾਨੂੰ ਮਿਲਾ। ਮਿੱਤਰਾ ਕਾਹਦੀਆਂ ਇੱਜ਼ਤਾਂ ਤੇ ਕਾਹਦੇ ਡਰ, ਉਮਰਾਂ ਲੰਘ ਗਈ, ਮੌਤ ਸਾਹਮਣੇ ਹੈ, ਹੁਣ ਤਾਂ ਵਣ ਮੌਤ ਦੀ ਕੂਕ ਦੇ ਰਿਹਾ ਹੈ। ਹਾਂ ਹੁਣ ਹੀ ਸਹੀ, ਖਬਰੇ ਕਿਤੋਂ ਅੱਲਾ ਬੋਲ ਪਵੇ। ਇਸ ਤਰ੍ਹਾਂ ਦੀਆਂ ਗੱਲਾਂ ਕਰਦਿਆਂ ਰੋਟੀ ਆ ਗਈ। ਉਦਾਸ ਹੋਏ ਕਮਾਲ ਨੇ ਉਗਲ ਨਿਗਲ ਕੇ ਕੁਝ ਖਾਧਾ, ਘੁੱਟ ਪਾਣੀ ਦਾ ਪੀਤਾ ਤੇ ਕਿਹਾ, ਅਲਹਮਦੁਲਿਲਾ, ਸ਼ੁਕਰ ਤੇਰਾ ਸ਼ੁਕਰ, ਤੂੰ ਜੋ ਹੁਜਾਬ ਤੋਂ ਕਦੇ ਬਾਹਰ ਨਹੀਂ ਆਇਆ। ਦੋਵੇਂ ਪੁਰਾਣੇ ਮੇਲੀ, ਪਰ ਅੱਡ ਅੱਡ ਮੱਤਾਂ ਦੇ ਖਿਆਲਾਂ ਦੇ, ਜਿਵੇਂ ਅੱਗ ਪਾਣੀ ਮੇਲੀ ਹੋਣ। ਢੇਰ ਚਿਰ ਆਪਣੇ ਦਰਦਾਂ ਦੁੱਖਾਂ ਦੇ ਹਾਵੇ ਕੱਢਦੇ ਰਹੇ ਤੇ ਫਿਰ ਆਪੋ ਆਪਣੇ ਟਿਕਾਣੇ ਚਲੇ ਗਏ। ਫੈਸਲਾ ਇਹੀ ਹੋਇਆ ਕਿ ਨਵੇਂ ਆਏ ਤਪੇ ਨੂੰ ਜ਼ਰੂਰ ਮਿਲਣਾ ਚਾਹੀਏ। ਰਾਤ ਬੀਤ ਰਹੀ ਹੈ, ਹੁਕਮ ਦੇ ਬੱਦੇ ਤਾਰੇ ਚੰਦ ਟੁਰੇ ਜਾ ਰਹੇ ਹਨ, ਪਰ ਇਹ ਮਨੁੱਖ ਹੁਕਮ ਵਿੱਚ ਨਾ ਟੁਰਦੇ ਅਮੋੜ ਪਨੇ ਨਾਲ ਠੇਡੇ ਖਾ ਰਹੇ ਹਨ। ਕਮਾਲ ਦਾ ਮੱਥਾ ਤਪ ਰਿਹਾ ਹੈ, ਨੀਂਦ ਨਹੀਂ ਆ ਰਹੀ, ਜਲਨ ਉੱਠਦੀ ਹੈ, ਆਖਦਾ ਹੈ, ਅੱਲਾ ਕਿਉਂ ਮੈਂ ਉਡੀਕਾਂ ਕਿ ਬ੍ਰਹਮਦਾਸ ਕੀ ਖਬਰ ਲਿਆਉਂਦਾ ਹੈ। ਸੈਂਕੜੇ ਚੇਲੇ ਹਨ ਉਸਦੇ, ਚੇਲਿਆਂ ਦੀ ਸ਼ਰਮ ਨੇ ਕਿੰਨੇ ਦਿਨ ਖਬਰੇ ਉਸਨੂੰ ਰੋਕ ਰੱਖਣਾ ਹੈ। ਮੇਰਾ ਮਨ ਤੜਪ ਰਿਹਾ ਹੈ, ਬਰਬਾਦ ਗਈ ਉਮਰ ਦੇ ਹਾਵੇ ਕੱਢ ਰਿਹਾ ਹੈ। ਕਾਹਦੀ ਸ਼ਰਮ ਤੇ ਕਾਹਦੀ ਸੋਚ, ਕਾਹਦਾ ਦਿਨ ਤੇ ਕਾਹਦਾ ਧਰਮ। ਠੰਡ ਨਹੀਂ ਵਰਤੀ ਤਾਂ ਕੀ, ਦੀਦਾਰ ਨਹੀਂ ਹੋਏ ਤਾਂ ਕੀ। ਚਲੋ ਹੇ ਮਾਨ ਜੀ ਚਲੀਏ। ਅਜੇ ਪਹਿਰ ਰਾਤ ਸੀ ਕਿ ਕਮਾਲ ਉੱਠ ਤੁਰਿਆ। ਪਤਾ ਥੋ ਤਾਂ ਬ੍ਰਹਮਦਾਸ ਦਾਸੀ ਗਿਆ ਸੀ। ਉਸ ਟਿਕਾਣੇ ਜਾ ਪੁੱਜਾ। ਬਨ ਵਿੱਚ ਧੂਣੀ ਮੱਗ ਰਹੀ ਹੈ, ਅੱਗ ਲੱਟ ਲੱਟ ਬਲ ਰਹੀ ਹੈ, ਇਸ ਦਾ ਚਾਨਣਾ ਸਾਰੇ ਫੈਲ ਰਿਹਾ ਹੈ। 2 ਜਵਾਨ ਬੜੇ ਸੋਹਣੇ ਚਿਹਰੇ ਵਾਲੇ ਮਰਦ ਬੈਠੇ ਹਨ। ਇੱਕ ਪਾਸੇ ਅੱਗ ਮੱਗ ਰਹੀ ਹੈ ਤੇ ਦੂਜੇ ਪਾਸੇ ਦੋਹਾਂ ਦੇ ਚਿਹਰੇ ਭੱਕ ਭੱਕ ਕਰ ਰਹੇ ਹਨ। ਕਮਾਲ ਨੂੰ ਸੂਰਤ ਵੇਖ ਕੇ ਠੰਡ ਪਈ, ਅੱਗੇ ਵੱਧ ਕੇ ਜਾ ਸਲਾਮ ਦੁਆ ਕੀਤੀ। ਸ਼ੀਆ ਆਓ ਬਜ਼ੁਰਗ ਸੱਜਣ, ਸਵੇਰੇ ਹੀ ਆ ਗਏ। ਕਮਾਲ ਸਵੇਰੇ ਕਿੱਥੇ, ਵਕਤ ਵਿਹਾ ਕੇ, ਹਾਂ ਉਮਰ ਗਵਾ ਕੇ ਆਇਆ ਹਾਂ। ਸੀਹਾ ਜੋ ਆ ਗਿਆ ਉਸ ਦਾ ਵਕਤ ਕਾਹਨੂੰ ਵਿਹਾ ਗਿਆ। ਕਮਾਲ ਤਪਾ ਜੀ ਤੁਸੀਂ ਹੋ? ਸੀਹਾ ਮੈਂ ਦਾਸ ਹਾਂ। ਕਮਾਲ ਆਪ ਕਿੱਥੇ ਹਨ? ਸੀਹਾ ਚਸ਼ਮੇ ਦੇ ਸਿਰ ਤੇ ਟਹਿਲ ਰਹੇ ਹਨ। ਕਮਾਲ ਮੈਂ ਉਤਾਵਲਾ ਹਾਂ, ਉਡੀਕਾਂ ਕੇ ਬੇਦਬੀ ਕਰਾਂ ਤੇ ਉੱਥੇ ਚਲੇ ਜਾਵਾਂ। ਸੀਹਾ ਜਮ ਜਾਓ। ਅੰਮ੍ਰਿਤ ਨੇ ਕਦੇ ਕਿਸੇ ਤੋਂ ਨੱਕ ਨਹੀਂ ਵੱਟਿਆ, ਪ੍ਰੇਮ ਨੇ ਕਦੇ ਨਫ਼ਰਤ ਨਹੀਂ ਕੀਤੀ। ਕਮਾਲ ਇਹ ਸੋਹਣੇ ਵਾਕ ਸੁਣ ਕੇ ਜਾਂ ਟਹਿਲ ਰਹੇ ਤਪਾ ਜੀ ਦੇ ਨੇੜੇ ਆਇਆ ਤਾਂ ਨੈਣ ਬੋਰਾ ਗਏ। ਚੰਦ ਦੀ ਚਾਨਣੀ ਉੱਤੇ ਪੈ ਰਹੀ ਸੀ, ਦੂਰੋਂ ਅੱਗ ਦੀ ਛੁਆ ਆ ਰਹੀ ਸੀ। ਉਸ ਵਿੱਚ ਐਸਾ ਸੁੰਦਰਤਾ ਦਾ ਕੋਈ ਝਲਕਾ ਵੱਜਾ ਕਿ ਕਦੇ ਨਹੀਂ ਸੀ ਡਿੱਠਾ। ਬੇਬਸ ਤੇ ਬੇਬਲ ਹੋ ਕੇ ਕਮਾਲ ਸਤਿਗੁਰੂ ਦੀ ਚਰਨੀ ਢਹਿ ਪਿਆ ਔਰ ਇਸ ਤਰ੍ਹਾਂ ਲਿਪਟਿਆ ਕਿ ਦੇਹ ਨਾਲ ਹੀ ਨਹੀਂ ਸਗੋਂ ਤਨ ਨਾਲ ਐਸਾ ਕਿ ਮਨ ਨੂੰ ਮਨ ਦੀ ਸੁੱਧ ਨਹੀਂ ਰਹੀ, ਹੋਸ਼ ਨੂੰ ਹੋਸ਼ ਨਹੀਂ ਰਹੀ, ਫੁਰਨੇ ਨੂੰ ਅਫੁਰਤਾ ਛਾ ਗਈ, ਸੁੱਧ ਨੂੰ ਮਸਤੀ ਹੋ ਗਈ, ਸੂਰਤ ਨੂੰ ਮਗਨਤਾ ਛਾ ਗਈ।
ਕਿਤਨੇ ਕਾਲ ਦੇ ਬਾਅਦ ਕਮਾਲ ਜੀ ਨੂੰ ਹੋਸ਼ ਆਈ ਤਾਂ ਕੀ ਦੇਖਦੇ ਹਨ ਕਿ ਸਿਰ ਕਿਸੇ ਦੀ ਗੋਦ ਵਿੱਚ ਪਿਆ ਹੈ। ਕੋਈ ਪਿਆਰ ਦਾ ਹੱਥ ਸਿਰ ਤੇ ਫਿਰ ਰਿਹਾ ਤੇ ਕਿਸੇ ਹੋਰ ਪਾਸਿਓਂ ਮਿੱਠੀ ਮਿੱਠੀ ਧੁਨੀ ਆ ਰਹੀ ਹੈ। ਸਿੱਧ ਸਮਾਦ ਕਰੇ ਨਿਤ ਝਗੜਾ, ਦੁਹ ਲੋਚਨ ਕਿਆ ਹੇਰਿਆ, ਅੰਤਰ ਜੋ ਸਬਦ ਧੁਨ ਜਾਗੇ, ਸਤਿਗੁਰੂ ਝਗਰ ਨਿਬੇੜੈ। ਕਮਾਲ ਨੂੰ ਹੁਣ ਪੁੱਛਣ ਪੁਛਾਉਣ ਦੀ ਲੋੜ ਨਹੀਂ ਰਹੀ। ਉਸ ਦੇ ਅੰਦਰ ਇਸ ਦਾਤੇ ਦੀ ਛੋਹ ਮਾਤਰ ਨਾਲ ਇੱਕ ਸਵਰਤਾ ਛਾ ਰਹੀ ਹੈ, ਇੱਕ ਰਸ ਆ ਰਿਹਾ ਹੈ। ਇਸ ਰਸ ਨੇ ਸਾਰੀ ਉਮਰ ਦਾ ਝਗੜਾ ਨਿਬੇੜ ਦਿੱਤਾ ਹੈ। ਰਸ ਆ ਗਿਆ ਹੈ, ਮਾਨੋ ਰਸ ਦਾਤਾ ਅੰਦਰ ਵਸ ਗਿਆ ਹੈ। ਸਮਝ ਦੱਸ ਰਹੀ ਹੈ ਕਿ ਜਿਸ ਨੂੰ ਮੈਂ ਅੱਖਾਂ ਮੀਟ ਮੀਟ ਕੇ ਮਿੱਟੀਆਂ ਅੱਖਾਂ ਦਾ ਵਿਸ਼ਾ ਬਣਾਉਂਦਾ ਸਾਂ, ਉਹ ਮੇਰੀਆਂ ਦੇਖਣਹਾਰ ਅੱਖਾਂ ਦਾ ਵਿਸ਼ਾ ਕਿਕੂ ਬਣ ਸਕਦਾ ਸੀ। ਗੱਲ ਤਾਂ ਇਹ ਸੀ ਜੋ ਮੈਨੂੰ ਹੁਣ ਮਿਲੀ ਹੈ ਕਿ ਰਸ ਰੂਪ ਹੋ ਕੇ ਮੈਂ ਮਗਨ ਹਾਂ। ਕਮਾਲ ਜੀ ਦੇ ਰੋਮ ਰੋਮ ਵਿੱਚ ਵਾਹਿਗੁਰੂ ਦੀ ਮਸਤ ਝਰਨਾਟ ਉੱਠ ਰਹੀ ਹੈ। ਨੈਣਾ ਵਿੱਚ ਸੁੱਖ ਸਮਾ ਰਿਹਾ ਹੈ। ਜ਼ਮੀਨ ਅਸਮਾਂ ਤਾਰੇ ਜਿੱਧਰ ਨਜ਼ਰ ਜਾਂਦੀ ਹੈ, ਕਿਸੇ ਸੋਹਣੀ ਪਰਨਾ ਦਿਸਦੀ ਗੁਲਜ਼ਾਰ ਤੋਂ ਇਲਾਹੀ ਛਵੀ ਦਾ ਮੀਂਹ ਵਸਿਆ ਜਾਪਦਾ ਹੈ। ਨੈਣ ਮੁੰਦਦਾ ਹੈ ਤਾਂ ਅੰਦਰ ਰਸ ਹੀ ਰਸ, ਆਨੰਦ ਹੀ ਆਨੰਦ, ਸੁੱਖ ਹੀ ਸੁੱਖ ਛਾ ਰਿਹਾ ਪ੍ਰਤੀਤ ਦਿੰਦਾ ਹੈ। ਨੈਣ ਖੋਲ੍ਹਦਾ ਹੈ ਤਾਂ ਸਾਰੇ ਆਨੰਦ ਦੀ ਬਰਖਾ ਹੋ ਰਹੀ ਪ੍ਰਤੀਤ ਹੁੰਦੀ ਹੈ। ਬਿਸਮਾਦ ਹੋ ਰਿਹਾ ਹੈ ਤੇ ਉਸ ਵਿੱਚ ਪਰਮਾਨੰਦ ਪਾ ਰਿਹਾ ਹੈ। ਇਸੇ ਰੰਗ ਵਿੱਚ ਦਿਨ ਹੋ ਆਇਆ। ਸਤਿਗੁਰੂ ਜੀ ਨੇ ਕਿਹਾ, ਕਮਾਲ ਕਾਮਲ ਹੋ ਗਿਆ, ਜਾਓ ਇਸ ਵਿਸਮਾਦ ਵਿੱਚ ਸਦਾ ਜੀਓ। ਇਹ ਜੀਵਨ ਹੈ, ਇਹ ਦਮ ਬਦਮ ਦਾ ਦਰਸ਼ਨ ਹੈ, ਸਰਸ ਸਿਮਰਨ ਵਿੱਚ ਵਸ ਨਿਹਾਲ। ਕਮਾਲ ਵਿੱਚ ਉੱਤਰ ਦੇਣ, ਕੁਝ ਹੋਰ ਪੁੱਛਣ, ਇੱਥੋਂ ਤਾਈਂ ਕਿ ਬੋਲਣ ਦੀ ਵੀ ਚਾਹ ਨਹੀਂ। ਤਪਤ ਜਲਨ ਜੋ ਸੀ ਬੁਝ ਗਈ ਹੈ, ਠੰਡ ਪੈ ਰਹੀ ਹੈ। ਆਪੇ ਸਿਮਰਨ ਹੋ ਰਿਹਾ ਹੈ, ਆਪੇ ਰਸ ਭਰ ਰਿਹਾ ਹੈ, ਆਪੇ ਟਿਕ ਰਿਹਾ ਹੈ ਤੇ ਸੁੱਖ ਮਾਣ ਰਿਹਾ ਹੈ। ਮਨ ਮੇ ਜੋਤ ਜੋਤ ਮੈਂ ਮਨੁਆ, ਪੰਚ ਮਿਲੇ ਗੁਰ ਭਾਈ, ਨਾਨਕ ਤਿਨਕੇ ਸਦ ਬਲਿਹਾਰੀ, ਜਿਨ ਏਕ ਸਬਦਲੀ ਵਿਲਾਈ। ਵਾਲੇ ਵਾਕ ਅਨੁਸਾਰ ਜਿਸ ਸੁੱਖ ਦਾ ਸਤਿਗੁਰੂ ਨੇ ਪਤਾ ਦਿੱਤਾ ਹੈ, ਉਸ ਸੁੱਖ ਵਿੱਚ ਮਗਨ ਹੋਇਆ ਆਗਿਆ ਪਾ ਕੇ ਟਿਕਾਣੇ ਨੂੰ ਸਹਿਜੇ ਸਹਿਜੇ ਮਗਨ ਮਗਨ ਚਾਲੇ ਟੁਰ ਪਿਆ ਕਮਾਲ। ਦਿਨ 2-3 ਬੀਤ ਗਏ। ਬ੍ਰਹਮਦਾਸ ਜੀ ਰੋਜ਼ ਉਦਮ ਕਰਦੇ ਹਨ ਕਿ ਤਪਾ ਜੀ ਦੇ ਦਰਸ਼ਨ ਕਰੀਏ, ਪਰ ਸੰਸਾਰ ਦੀ ਸ਼ਰਮ ਲੋਕ ਲਾਜ ਰੋਕਦੀ ਹੈ ਕਿ ਆਪ ਮਹਾਨ ਪੁੱਜੇ ਤੇ ਪਰਉਪਕਾਰੀ ਹੋ ਕੇ ਕਿਸੇ ਪਾਸੋਂ ਸੰਸੇ ਨਿਵਰਤ ਕਰਨ ਗਿਆ, ਲੋਕੀ ਕੀ ਆਖਣਗੇ। ਪਰ ਫਿਰ ਖਿੱਚ ਜਿਹੀ ਪਵੇ, ਘਰੋਂ ਟੁਰੇ ਰਾਹ ਵਿੱਚ ਆ ਖੜੋਵੇ, ਪਰ ਮਾਇਆ ਦੀ ਇਸ ਉਲਝਣ ਨੂੰ ਤੋੜ ਨਾ ਸਕੇ। ਫਿਰ ਉਸ ਦੇ ਨੈਣਾ ਅੱਗੋਂ ਕਮਾਲ ਜੀ ਦੇ ਉਸ ਦਿਨ ਦੇ ਹਾਵੇ, ਮੁੱਕ ਰਹੀ ਉਮਰਾਂ, ਨਾ ਮੁੱਕ ਰਹੀ ਸਦਰ, ਨਾ ਪੁੱਕੀ ਹੋਈ ਆਸ ਦੀ ਬੇਚੈਨੀ ਦੇ ਨਕਸ਼ੇ ਨਾ ਹਟਣ। ਇਹ ਹੀ ਨਹੀਂ, ਆਪਣੀ ਵਡੇਰੀ ਉਮਰਾਂ ਦੀ ਮੌਤ ਦੀ ਆਮਦ ਸਾਹਮਣੇ ਦਿਸੇ ਤੇ ਕਿਸੇ ਕਿਸੇ ਵੇਲੇ ਬ੍ਰਹਮਦਾਸ ਦੇ ਮੂੰਹ ਉੱਤੇ, ਜੋ ਫਾਰਸੀ ਵਿੱਚ ਨਿਪੁੰਨ ਸੀ ਤੇ ਸੂਫੀਆਂ ਦਾ ਵੀ ਮੇਲੀ ਸੀ, ਬਾਰ-ਬਾਰ ਇਹ ਸ਼ੇਅਰ ਆ ਜਾਵੇ ਤੇ ਬੜੇ ਹਾਵੇ ਨਾਲ ਗਾਓ ਉੱਠੇ, ਬਲਬਮ ਰਸੀਦੈ ਜਾਨਮ, ਬਿਆ ਤਾਕ ਜ਼ਿੰਦਾ ਮਾਨਮ, ਪਸ ਅਜ ਮਰਗ ਖਾਹੀ ਆਮਦ, ਬੈਚੇ ਖਾਰ ਖਾਹੀ ਆਮਦ। ਅਰਥ, ਜਿੰਦੜੀ ਲਬਾਂ ਤੇ ਆਈ ਹੈ, ਆ ਕਿ ਜੀ ਪਵਾਂ ਮੈਂ, ਆਇਓ ਜੀ ਮੌਤ ਮਗਰੋਂ ਆਵਨ ਅਖਾਰਤਾ ਤੈ। ਇਸ ਤਰ੍ਹਾਂ ਦੀ ਨਿਰਾਸਤਾ ਖਾ ਕੇ ਟੁਰ ਪਵੇ, ਪਰ ਫਿਰ ਮਾਇਆ ਦਾ ਅੰਦਰਲਾ ਅਣਦਿਸਦਾ ਜਾਲ ਪੈਰਾਂ ਨੂੰ ਬੰਨ ਬਹਾਵੇ। 3 ਦਿਨ ਇਸ ਤਰ੍ਹਾਂ ਬੀਤੇ। ਚੌਥੇ ਦਿਨ ਮਾਨੇ ਫਿਰ ਤਰੰਗ ਖਾਧਾ ਤੇ ਬੋਲੇ, ਬੰਬਾਕੇ ਚੰਗ ਬਗਿਓਜਮ ਹਕਾਇਤ ਹਾ, ਕਿ ਅੱਜ ਨਿਉ ਫਤਨੇ ਉਹ ਦੇਖੇ ਸੀਨੇ ਮੇ ਜਦ ਜੋਸ਼, ਅੰਦਰ ਰਹਿੰਦੀਆਂ ਨਾਹੀ ਗੱਲਾਂ ਢੋਲ ਵਜਨ ਹੁਣ ਆਖਾਂ, ਦੇਖ ਸਿਨੇ ਦੀ ਉਬਲ ਉਛਲਦੀ ਜਿਉਂ ਜਿਉਂ ਨਪ ਨਪ ਰਾਖਾਂ। ਉੱਠੇ ਟੁਰੇ ਟੁਰ ਪਏ, ਉਸ ਟਿਕਾਣੇ ਨੂੰ ਟੁਰ ਪਏ ਜਿੱਥੇ ਤਪਾ ਜੀ ਬੈਠੇ ਸੁਣੀਂਦੇ ਸਨ। ਟੁਰਦੇ ਹਨ ਤੇ ਗਾਉਂਦੇ ਹਨ, ਉੱਠ ਫਰੀਦਾ ਗੌਣ ਕਰ ਦੁਨੀਆ ਦੇਖਣ ਜਾ, ਮਤ ਕੋਈ ਬਖਸਿਆ ਮਿਲ ਪਵੀ ਤੂੰ ਵੀ ਬਖਸਿਆ ਜਾ। ਪਰ ਗਲ ਵਿੱਚ ਠਾਕਰ ਲਟਕ ਰਿਹਾ ਹੈ, ਮਗਰ 2 ਊਂਠ ਪੁਸਤਕਾਂ ਦੇ ਹਨ, ਦਿਲ ਵਿੱਚ ਇੱਕ ਊਂਠ ਦੇ ਬੋਤੇ ਜਿੱਡੀ ਲੋਕ ਲਾਜ ਵੀ ਲਟਕ ਰਹੀ ਹੈ। ਝਿਜਕਦਾ ਰੁਕਦਾ ਆਇਆ, ਰਾਮ ਰਾਮ ਕੀਤਿਓ ਕਰਕੇ ਬੈਠ ਗਿਆ, ਤਦ ਭੇਖ ਦੇਖ ਕੇ ਅਚਰਜ ਹੋ ਗਿਆ। ਕੇਸਰ ਦਾ ਟਿੱਕਾ ਤੇ ਪੋਸਤੀਨ ਦੇ ਰੱਸੇ ਦਾ ਕਮਰਬੰਦ, ਆਖਣ ਲੱਗਾ, ਤੁਸਾਂ ਸਾਧੂ ਹੋ ਕੇ ਚਮੜੇ ਕਿਉਂ ਪਹਿਰੇ ਹਨ ਅਤੇ ਰੱਸੇ ਕਿਉਂ ਬੱਧੇ ਹਨ, ਨਾਲੇ ਫਿਰ ਕੇਸਰ ਦਾ ਤਿਲਕ ਲਾਇਆ ਹੈ, ਤੁਹਾਡਾ ਕੌਣ ਭੇਖ ਹੈ। ਜਾਂ ਇਹ ਬਚਨ ਤਪਾ ਜੀ ਨੇ ਸੁਣੇ ਤਾਂ ਉਹਨਾਂ ਨੇ ਨੈਣ ਮੁੰਦ ਲਏ। ਇਲਾਹੀ ਗਲੇ ਤੋਂ ਆਵਾਜ਼ ਆਈ, ਹੋਕੇ ਪਾਦਰ ਹੇਕਦਾਰ ਗੁਰ ਪੋੜੀ ਨਿਜ ਥਾਨ, ਰੂੜੋ ਠਾਕੁਰ ਨਾਨਕਾ ਸਭ ਸੁਖ ਸਾਚੋ ਨਾਮ। ਇਹ ਵਾਕ ਦਾਤੇ ਨੇ ਕਿਸੇ ਐਸੀ ਸੁਰ ਨਾਲ ਗਾਵਿਆ ਕਿ ਇਸ ਦੇ ਸੁਣਦਿਆਂ ਸਾਰ
ਬ੍ਰਹਮਦਾਸ ਦੇ ਨੈਣ ਬੰਦ ਹੋ ਗਏ। ਜਦ ਖੁੱਲੇ ਤਾਂ ਕੀ ਦੇਖਦਾ ਹੈ ਕਿ ਤਪਾ ਜੀ ਹਨ ਹੀ ਨਹੀਂ, ਪਰ ਭਾਈ ਹੱਸੂ ਬੈਠਾ ਹੈ। ਇਸ ਵੱਲ ਰੁਖ ਕਰਕੇ ਬ੍ਰਹਮਦਾਸ ਬੋਲਿਆ, ਹੇ ਤਪਾ ਜੀ ਦੇ ਬਾਲਕੇ, ਮੈਂ ਸੰਸਕ੍ਰਿਤ ਫਾਰਸੀ ਪੜ੍ਹਿਆ ਹਾਂ, ਪਰ ਇਹ ਭਾਸ਼ਾ ਬੋਲੀ ਦਾ ਮਿੱਠਾ ਮਿੱਠਾ ਸ਼ਬਦ ਸੁਣ ਕੇ ਇਸ ਦੇ ਆਸ਼ੇ ਨੂੰ ਨਹੀਂ ਪੁੱਛ ਸਕਿਆ। ਕੀ ਤੁਸੀਂ ਕਿਰਪਾ ਕਰਕੇ ਕੁਝ ਸਮਝਾਓਗੇ? ਹੱਸੂ, ਭਾਈ, ਇਹ ਤਾਂ ਸਿੱਧੀ ਗੱਲ ਹੈ ਕਿ ਤੁਸੀਂ ਇਹਨਾਂ ਅੱਖਾਂ ਨਾਲ ਵਾਹਿਗੁਰੂ ਨੂੰ ਨਾ ਵੇਖ ਸਕੇ ਤੇ ਇੱਕ ਪੱਥਰ ਦਾ ਰੱਬ ਬਣਾ ਕੇ ਗਲੇ ਪਾ ਲਿਆ ਕਿ ਨੈਣ ਸੰਤੋਖੇ ਰਹਿਣ ਕਿ ਰੱਬ ਨੂੰ ਦੇਖ ਰਿਹਾ ਹਾਂ, ਪਰ ਉਹ ਰੱਬ ਇਹਨਾਂ ਨੈਣਾਂ ਦਾ ਵਿਸ਼ਾ ਨਹੀਂ ਹੈ। ਉਹ ਸੋਹਣਾ ਠਾਕੁਰ ਤਾਂ ਇੱਕ ਹੈ, ਉਸ ਦੀ ਦਰਗਾਹ ਇੱਕੋ ਹੈ, ਰਸਤਾ ਇੱਕੋ ਹੈ। ਉਸ ਟਿਕਾਣੇ ਦਾ ਰਸਤਾ ਸਤਿਗੁਰੂ ਹੈ ਤੇ ਪ੍ਰਾਪਤੀ ਦਾ ਰੰਗ ਨਾਮ ਨਾਲ ਲੱਗਦਾ ਹੈ। ਹਾਂ, ਉਹ ਤਾਂ ਅੰਦਰੋਂ ਪ੍ਰਤੀਤ ਹੋ ਆਉਂਦਾ ਹੈ, ਪਰ ਮਨ ਦੀ ਸੋਚ ਨਾਲ ਨਹੀਂ, ਨਾਮ ਤੇ ਮਿਹਰ ਨਾਲ ਉਹ ਅਣਦਿਸਦਾ ਪ੍ਰਤੀਤ ਤੇ ਆਉਂਦਾ ਹੈ। ਪੰਡਤ ਇਸ ਗੱਲ ਨੂੰ ਸਮਝਣ ਦਾ ਯਤਨ ਕਰ ਰਿਹਾ ਸੀ ਕਿ ਉਸ ਨੂੰ ਫਿਰ ਤਪਾ ਜੀ ਬੈਠੇ ਹੋਏ ਨਜ਼ਰ ਆਏ ਤਾਂ ਸਿਰ ਨਿਵਾ ਕੇ ਕਹਿਣ ਲੱਗਾ, ਜੀਓ, ਜਾਂ ਇਹ ਵਸਤ ਨਹੀਂ ਸੀ ਤਾਂ ਪਰਮੇਸ਼ਰ ਕਹਾਂ ਥਾ। ਤਦ ਮਾਰੂ ਦੀ ਧੁਨ ਉੱਠੀ ਤੇ ਇਹ ਸ਼ਬਦ ਹੋਇਆ, ਅਰਪਦ ਨਰਪਦ ਧੁੰਦੂਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁਨ ਸਮਾਦ ਲਗਾਏ ਦਾ। ਬ੍ਰਹਮਦਾਸ ਚੁੱਪਚਾਪ ਹੋਇਆ, ਬੜੇ ਗੋਹ ਨਾਲ ਸੁਣਦਾ ਰਿਹਾ। ਜਦ ਸ਼ਬਦ ਸਮਾਪਤ ਹੋਇਆ ਤਾਂ ਪੈਰੀ ਪੈ ਗਿਆ, ਪੱਥਰ ਗਲ ਵਿੱਚੋਂ ਲਾ ਸੁੱਟਿਓਸ, ਹੁਕਮ ਹੋਇਆ, ਨਾਮ ਜਪਿਆ ਕਰ ਤੇ ਸੇਵਾ ਕਰਿਆ ਕਰ। ਬ੍ਰਹਮਦਾਸ ਸੇਵਾ ਕਰਨ ਲੱਗਾ, ਪਰ ਮਨ ਵਿੱਚ ਸੋਚੇ ਕਿ ਸੇਵਾ ਮੈਂ ਅੱਗੇ ਵੀ ਕਰਦਾ ਸਾਂ, ਹੁਣ ਵੀ ਕਰਦਾ ਹਾਂ। ਹਾਂ ਵੀ ਉਹੋ ਜਿਹਾ, ਕੁਝ ਫਰਕ ਨਹੀਂ ਪਿਆ, ਪਰ ਖਿੱਚ ਜਾਣ ਨਹੀਂ ਦਿੰਦੀ। ਅਸਲ ਵਿੱਚ ਬ੍ਰਹਮਦਾਸ ਬੜਾ ਪੰਡਤ ਸੀ। ਪਹਿਲਾਂ ਵੇਦਾਂਤੀ ਸੀ, ਫਿਰ ਠਾਕੁਰ ਪੂਜ ਹੋਇਆ। ਫਿਰ ਇਸ ਨੂੰ ਇੱਕ ਨੇਪਾਲ ਦੇ ਸਾਧੂ ਮਿਲੇ ਸਨ, ਜਿਨ੍ਹਾਂ ਨੇ ਜਗਤ ਦੀ ਸੇਵਾ ਸਿਖਾਈ ਸੀ ਕਿ ਜਿਸ ਨੂੰ ਤੂੰ ਪਹਿਲਾਂ ਬ੍ਰਹਮ ਤੇ ਫਿਰ ਠਾਕੁਰ ਕਿਹਾ ਹੈ, ਉਹ ਸ੍ਰਿਸ਼ਟੀ ਵਿੱਚ ਹੈ। ਸ੍ਰਿਸ਼ਟੀ ਸੇਵਾ ਬ੍ਰਹਮ ਤੇ ਠਾਕੁਰ ਦੀ ਸੇਵਾ ਹੈ। ਸੋ ਬ੍ਰਹਮਦਾਸ ਸ਼ਾਸਤਰ ਵੀ ਪੜ੍ਹਦਾ ਹੈ, ਠਾਕੁਰ ਦੀ ਸੇਵਾ ਵੀ ਕਰਦਾ ਸੀ ਤੇ ਪਰਉਪਕਾਰ ਵੀ ਕੁਝ ਕਰਦਾ ਸੀ। ਹੁਣ ਉਸ ਨੂੰ ਫਿਰ ਸੇਵਾ ਕਰਨ ਦਾ ਉਪਦੇਸ਼ ਹੋਇਆ ਸੀ। ਇੱਕ ਦਿਨ ਕਹਿਣ ਲੱਗਾ, ਜੀ ਮੇਰਾ ਨਾ ਤਾਂ ਅੱਗੇ ਕੁਝ ਬਣਿਆ ਸੀ ਤੇ ਨਾ ਹੁਣ ਬਣਿਆ, ਮੈਂ ਕੀ ਕਰਾਂ? ਤਦ ਹੁਕਮ ਹੋਇਆ, ਜਾਹੇ ਗੁਰੂ ਕਰ। ਤਾਂ ਪੰਡਤ ਆਖਿਆ, ਜੀ ਕੌਣ ਗੁਰੂ ਕਰਾਂ? ਹੁਕਮ ਹੋਇਆ, ਜਾਏ ਉਦਿਆਨ ਵਿੱਚ ਇੱਕ ਕੋਠਾ ਹੈ, ਤਿੱਥੇ 4 ਫਕੀਰ ਬੈਠੇ ਹਨ, ਉਹ ਤੈਨੂੰ ਦੱਸਣਗੇ। ਸੀਸ ਨਿਵਾ ਕੇ ਬ੍ਰਹਮਦਾਸ ਉਜਾੜ ਨੂੰ ਗਿਆ। ਅੱਗੇ 4 ਸਿੱਖ ਬੈਠੇ ਸਨ। ਉਹਨਾਂ ਨੂੰ ਕਹਿਣ ਲੱਗਾ ਕਿ ਫਕੀਰੋ, ਮੇਰਾ ਗੁਰੂ ਕੌਣ ਹੈ? ਉਹਨਾਂ ਇੱਕ ਘੜੀ ਸਸਤਾ ਕੇ ਉੱਤਰ ਦਿੱਤਾ ਕਿ ਅੱਗੇ ਤੁਰਿਆ ਜਾ, ਤੇਰਾ ਗੁਰੂ ਉਸ ਮੰਦਰ ਵਿੱਚ ਹੈ। ਤਦ ਬ੍ਰਹਮਦਾਸ ਅੱਗੇ ਗਿਆ। ਪੰਡਤ ਦੀ ਨਜ਼ਰ ਅੱਗੇ ਇੱਕ ਮੰਦਰ ਖੜਾ ਦਿਸਿਆ। ਅੱਗੇ ਵਧਿਆ ਤਾਂ ਕੀ ਦੇਖਦਾ ਹੈ, ਤਾਂ ਮੈਂ ਸੋਹਤ ਸੁੰਦਰ ਨਾਰੀ, ਚੰਦ ਮੁਖੀ ਤਨ ਸੂਹੀ ਨਾਰੀ, ਜਬ ਬੰਧਨ ਹਿਤ ਗਰੀਬ ਨਿਵਾਈ, ਤਿਨ ਪਨਹੀ ਸਿਰ ਦੀਨ ਟਿਕਾਈ। ਅਰਥਾਤ ਉਸ ਮੰਦਰ ਵਿੱਚ ਪੰਡਤ ਨੂੰ ਇੱਕ ਸੁੰਦਰ ਨਾਰੀ ਨਜ਼ਰ ਆਈ। ਇਸ ਨੂੰ ਆਪਣਾ ਗੁਰੂ ਜਾਣ ਕੇ ਪੰਡਤ ਨੇ ਜਦ ਸੀਸ ਨਿਵਾਇਆ ਤਦ ਉਸ ਨੇ ਇੱਕ ਜੁੱਤੀ ਸਿਰ ਵਿੱਚ ਮਾਰੀ। ਅੱਤ ਦੁਖੀ ਹੋ ਕੇ ਪੰਡਤ ਮੁੜ ਆਇਆ। ਅੱਗੇ ਉਹ 4 ਸਿੱਖ ਬੈਠੇ ਸਨ। ਪੰਡਤ ਨੇ ਜਦ ਆਪਣਾ ਦੁੱਖ ਸੁਣਾਇਆ ਤੇ ਉਹਨਾਂ ਵਿੱਚੋਂ ਇੱਕ ਨੇ ਕਿਹਾ, ਹੇ ਬ੍ਰਹਮਦਾਸ, ਤੇਰਾ ਗੁਰੂ ਤਾਂ ਉਹ ਸੀ, ਤੂੰ ਆਪਣੇ ਗੁਰੂ ਨੂੰ ਨਹੀਂ ਪਛਾਣਿਆ। ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸ਼੍ਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।